ਸ਼੍ਰੀ ਅਕਾਲ। ਕੀ ਹਾਲ ਪੰਜਾਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਬਿਜਲੀ ਮੁੱਦੇ ਨੂੰ ਲੈ ਕੇ। ਮਾਨ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਆਪਣੀ ਪਹਿਲੀ ਗਰੰਟੀ ਪੂਰੀ ਕਰਨ ਜਾ ਰਹੇ ਹਾਂ। ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ 300 ਫ੍ਰੀ ਯੂਨਿਟ ਦੇ ਕੇ ਇਹ ਪਹਿਲੀ ਗਰੰਟੀ ਜੋ ਅਸੀਂ ਚੋਣਾਂ ਦੇ ਦੌਰਾਨ ਕੀਤੀ ਸੀ ਉਸ ਦੇ ਵਿੱਚ ਅਸੀਂ ਆਪਣੀ ਸਫਲਤਾ ਦੀ ਝੰਡੀ ਕੱਢੀ ਹੈ। ਇਸ ਮੁੱਦੇ ਨੂੰ ਲੈ ਕੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਸਵਾਲ ਸਾਡਾ ਸਭ ਤੋਂ ਵੱਡਾ ਹੋਵੇਗਾ ਕਿ ਆਖਰ ਜੋ ਬਿਜਲੀ ਸਸਤੀ ਦਿੱਤੀ ਜਾਵੇਗੀ ਕਿ ਇਸ ਦੇ ਨਾਲ ਕਿੰਨਾ ਕੁ ਬਜਟ ਤੇ ਭਾਰ ਪਵੇਗਾ, ਕਿੰਨਾ ਕੁ ਖਜ਼ਾਨੇ ਤੇ ਭਾਰ ਪਵੇਗਾ, ਇਹ ਸਾਡਾ ਸਭ ਤੋਂ ਵੱਡਾ ਸਵਾਲ ਰਹੇਗਾ। ਇਸ ਦੇ ਰਹਿਤ ਸਾਡੇ ਨਾਲ ਵੱਖੋ-ਵੱਖ ਪਾਰਟੀਆਂ ਦੇ ਬੁਲਾਰੇ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਇੰਟਰੋਡਿਊਸ ਕਰਾ ਦਿੰਦੇ ਹਾਂ। ਵਿਕਰਮਜੀਤ ਜੀ ਸਾਡੇ ਨਾਲ ਕਾਂਗਰਸ ਤੋਂ, ਨਵਦੀਪ ਜੀ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਤੇ ਪ੍ਰੈਜ਼ੀਡੈਂਟ ਆਫ ਪੀਸੀਐਲ ਸਾਡੇ ਨਾਲ ਜੁੜੇ ਨੇ ਗੁਰਸੇਵਕ ਸੰਧੂ। ਅਮਿਤ ਅਰੋੜਾ ਜੀ ਸਾਡੇ ਨਾਲ ਬੀਜੇਪੀ ਤੋਂ ਤੇ ਸਤਿੰਦਰ ਗਿੱਲ ਜੀ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਜੁੜ ਚੁੱਕੇ ਨੇ। ਸਾਰਿਆਂ ਦਾ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹਾਂਗਾ ਬਿਜਲੀ ਮੁੱਦੇ ਨੂੰ ਲੈ ਕੇ, ਕਿਉਂਕਿ ਬਿਜਲੀ ਮੁੱਦਾ ਉਹ ਮੁੱਦਾ ਹੈ ਜੋ ਚੋਣਾਂ ਦੇ ਦੌਰਾਨ ਕਾਫੀ ਜ਼ਿਆਦਾ ਗਰਮਾਇਆ ਰਿਹਾ। ਉਹ ਗਰਮਾਏ ਰਹਿਣ ਦੇ ਤੌਰ ਤੇ ਸਭ ਤੋਂ ਵੱਡਾ ਸਵਾਲ ਉੱਠਦਾ ਸੀ ਕਿ ਆਖਰਕਾਰ ਇਸ ਮੁੱਦੇ ਤੇ ਸੱਤਾ ਧਿਰ ਤਾਂ ਕਿਤੇ ਨਾ ਕਿਤੇ ਚੁੱਪ ਰਹਿੰਦੀ ਹੈ ਤੇ ਵਿਰੋਧੀ ਧਿਰ ਵੱਲੋਂ ਹਮੇਸ਼ਾ ਸਵਾਲ ਉਠਾਏ ਜਾਂਦੇ ਨੇ। ਇਸ ਮੁੱਦੇ ਨੂੰ ਲੈ ਕੇ ਮੈਂ ਸਭ ਤੋਂ ਪਹਿਲਾਂ ਸਵਾਲ ਨਵਦੀਪ ਜੀ ਨਾਲ ਜਾਣਾਂਗਾ। ਨਵਦੀਪ ਜੀ ਥੋੜੇ ਸਮੇਂ ਤੱਕ ਸਾਡੇ ਨਾਲ ਜੁੜ ਜਾਣਗੇ। ਉਸ ਤੋਂ ਪਹਿਲਾਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਤਿੰਦਰ ਗਿੱਲ ਜੀ ਤੋਂ ਜਾਣਨਾ ਚਾਹਾਂਗਾ। ਗਿੱਲ ਸਾਹਿਬ, ਜਿਹੜਾ ਅੱਜ ਦਾ 300 ਯੂਨਿਟ ਫ੍ਰੀ ਬਿਜਲੀ ਦਾ ਐਲਾਨ ਕੀਤਾ ਗਿਆ ਹੈ ਮਾਨ ਸਰਕਾਰ ਵੱਲੋਂ, ਉਸ ਨੂੰ ਕਿਵੇਂ ਵੇਖਦੇ ਹੋ? ਤੁਸੀਂ ਅਨਮਿਊਟ ਕਰ ਲਓ ਜੇ ਤੁਸੀਂ ਮਿਊਟ ਕੀਤਾ। ਸੌਰੀ ਜੀ ਚਰਨਜੀਤ ਜੀ, ਜਿਹੜਾ ਤੁਸੀਂ ਗਰੰਟੀ ਦੀ ਗੱਲ ਕੀਤੀ ਹੈ ਵੀ ਉਹ ਗਰੰਟੀ ਅੱਜ ਪੂਰੀ ਕਰ ਰਹੇ ਆ, ਇਹ ਬਿਲਕੁਲ ਝੂਠ ਹੈ। ਗਰੰਟੀ ਕੋਈ ਪੂਰੀ ਨਹੀਂ ਕਰ ਰਹੇ। ਇਸ ਕਰਕੇ ਨਹੀਂ ਕਰ ਰਹੇ ਪੂਰੀ ਵੀ ਜਦੋਂ ਇਹਨਾਂ ਨੇ ਗਰੰਟੀ ਅਨਾਉਂਸ ਕੀਤੀ ਸੀ ਉਦੋਂ ਕੀ ਕਿਹਾ ਗਿਆ ਸੀ? ਉਦੋਂ ਇਹ ਕਿਹਾ ਸੀ ਵੀ 300 ਯੂਨਿਟ ਸਾਰਿਆਂ ਨੂੰ ਫ੍ਰੀ ਹੋਣਗੇ ਜੀ। ਸ਼ਰਤਾਂ ਕੋਈ ਨਹੀਂ ਰੱਖੀਆਂ ਗਈਆਂ ਸੀ ਉਦੋਂ। ਇਹ ਤੇ ਉਹ ਗੱਲ ਹੋਈ ਵੀ ਪਾਲਿਸੀ ਲਈ ਆ ਤੇ ਥੱਲੇ ਛੋਟਾ ਜਿਹਾ ਲਿਖਿਆ ਹੁੰਦਾ ਟਰਮਸ ਐਂਡ ਕੰਡੀਸ਼ਨਸ ਅਪਲਾਈ। ਗਰੰਟੀ ਨਹੀਂ ਪੂਰੀ ਹੋ ਰਹੀ। ਪਹਿਲਾਂ ਤੇ ਇਹਨੂੰ ਠੀਕ ਕਰੋ। ਗਰੰਟੀ ਨਹੀਂ ਹੁੰਦੀ। ਗਰੰਟੀ ਉਹੀ ਪੂਰੀ ਹੋਊਗੀ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ। ਹੁਣ ਜਿਹੜੀ ਕੰਮ ਇਹਨਾਂ ਨੇ ਕੀਤਾ ਇਹਨਾਂ ਨੇ ਉਹਦੇ 'ਚ ਸ਼ਰਤਾਂ ਰੱਖ ਦਿੱਤੀਆਂ ਬਹੁਤ ਜ਼ਿਆਦੀਆਂ। 1 ਕਿਲੋਵਾਟ ਲੋਡ ਹੋਊਗਾ, ਫਿਰ ਇੰਨੇ ਯੂਨਿਟ ਫ੍ਰੀ ਹੋਣਗੇ ਜੀ। ਇਹ ਗੱਲਾਂ ਉਦੋਂ ਕਿਉਂ ਨਹੀਂ ਕੀਤੀਆਂ? ਵੀ ਉਦੋਂ ਵੀ ਮੀਡੀਆ ਨੇ ਵੀ ਕੀਤੇ ਸੀ ਇਹਨਾਂ ਨੂੰ ਸਵਾਲ ਵੀ ਜੇ 300 ਯੂਨਿਟ ਤੋਂ ਉੱਪਰ ਆਊਗਾ ਫਿਰ ਕੀ ਬਣੂਗਾ? ਕਹਿੰਦੇ ਜੀ ਸਾਰੇ ਦਾ ਲੈਣਾ ਬਿੱਲ। ਬਾਅਦ ਚੋਂ ਭਗਵੰਤ ਮਾਨ ਉਹਨਾਂ ਦੀ ਸਟੇਟਮੈਂਟ ਆਉਂਦੀ, ਨਹੀਂ ਜੀ ਨਹੀਂ, ਸਾਰਾ ਮਾਫ ਹੋਊਗਾ। ਸੋ ਪਹਿਲਾਂ ਤੇ ਮੈਂ ਮੀਡੀਆ ਨੂੰ ਬੇਨਤੀ ਕਰ ਦੇਵਾਂ, ਇਹ ਤੁਸੀਂ ਲਾਈਨ ਨਾ ਯੂਜ਼ ਕਰੋ ਵੀ ਗਰੰਟੀ ਪੂਰੀ ਕਰ ਰਹੇ ਆ। ਗਰੰਟੀ ਕੋਈ ਨਹੀਂ ਪੂਰੀ ਕਰ ਰਹੇ। ਅਸੀਂ ਉਦੋਂ ਮੰਨਦੇ ਉਦੋਂ ਜੋ ਹੂ ਇਹਨਾਂ ਨੇ ਕਿਹਾ ਸੀ ਤੇ ਉਦਾਂ ਹੀ ਲਾਗੂ ਹੁੰਦੀ। ਉਦੋਂ ਸ਼ਰਤਾਂ ਕੋਈ ਨਹੀਂ ਰੱਖੀਆਂ ਗਈਆਂ ਸੀ। ਇਸੇ ਦਾ ਨਤੀਜਾ ਸੰਗਰੂਰ ਜਿਹੜੀ ਐਮਪੀ ਇਲੈਕਸ਼ਨ ਹੈ ਨਾ ਜੀ, ਇਸੇ ਕਰਕੇ ਰੂਲਿੰਗ ਪਾਰਟੀ ਦੀ ਹਾਰ ਹੋਈ ਹੈ। ਠੀਕ ਹੈ, ਜਵਾਬ ਲੈ ਲੈਣਾ। ਤੁਹਾਡਾ ਸਵਾਲ ਮੇਰੇ ਕੋਲ ਆ ਗਿਆ, ਮੈਂ ਜਵਾਬ ਲੈ ਲੈਣਾ ਚਾਹੁੰਦਾ। ਨਵਦੀਪ ਜੀ, ਸਵਾਲ ਚੁੱਕ ਦਿੱਤਾ ਗਿਆ ਸਤਿੰਦਰ ਗਿੱਲ ਜੀ ਵੱਲੋਂ ਕਿ ਇਹ ਗਰੰਟੀ ਨਹੀਂ ਪੂਰੀ ਕੀਤੀ, ਇਹ ਝੂਠ ਦਾ ਪਲੰਦਾ ਹੈ। ਕਿ ਕਿਹਾ ਗਿਆ ਸੀ ਚੋਣਾਂ ਤੋਂ ਪਹਿਲਾਂ ਕਿ 300 ਯੂਨਿਟ ਹਰ ਇੱਕ ਦੇ ਹੋਣਗੇ, ਪਰੰਤੂ ਹੁਣ ਕਿਤੇ ਨਾ ਕਿਤੇ ਇਸ ਦੇ ਵਿੱਚ ਲਾਮ ਲਸ਼ਕਰ ਦੀ ਚੋਰੀ ਰੱਖੀ ਗਈ ਹੈ। ਕਿਹਾ ਗਿਆ ਹੈ ਕਿ 300 ਯੂਨਿਟ ਉਹਨਾਂ ਦੇ ਹੀ ਪੂਰੇ ਹੋਣਗੇ ਜੋ 300 ਯੂਨਿਟ ਤੱਕ ਜਾਂ ਇਸ ਤੋਂ ਥੱਲੇ ਹੀ ਬਿਜਲੀ ਵਰਤਣਗੇ। ਇਸ ਤੋਂ ਜ਼ਿਆਦਾ ਜਿੰਨੀ ਵੀ ਬਿਜਲੀ ਵਰਤੀ ਜਾਵੇਗੀ, ਇੱਕ ਪੁਆਇੰਟ ਵੀ ਉੱਪਰ ਵਰਤਿਆ ਗਿਆ ਤਾਂ ਬਿੱਲ ਪੂਰਾ ਹੋਊਗਾ। ਚਰਨਜੀਤ ਜੀ ਵਾਲੀਆ ਸਾਹਿਬ, ਸਾਨੂੰ ਉਹ ਪਾਰਟੀ ਸਵਾਲ ਕਰ ਰਹੀ ਹੈ ਜਿਹੜੀ ਪਾਰਟੀ ਨੇ ਗਲਤ ਐਗਰੀਮੈਂਟ ਕਰਕੇ ਪੰਜਾਬ ਦਾ ਜਿਹੜਾ ਸਿਸਟਮ ਬਰਬਾਦ ਕਰਤਾ ਸੀਗਾ ਬਿਜਲੀ ਦਾ, ਉਹ ਪਾਰਟੀ ਸਾਨੂੰ ਪੁੱਛ ਰਹੀ ਹੈ। ਦੂਸਰੀ ਗੱਲ, ਇਸ ਗਰੰਟੀ ਦੇ ਨਾਲ 85% ਜਿਹੜੇ ਲੋਕਾਂ ਨੂੰ ਫ੍ਰੀ ਬਿਜਲੀ ਮਿਲੂਗੀ। ਮੈਂ ਤੁਹਾਡੇ ਚੈਨਲ ਦੇ ਜ਼ਰੀਏ, ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅੱਜ ਦੱਸਣਾ ਚਾਹੁੰਦਾ ਕਿ 85% ਜਿਹੜੇ ਲੋਕਾਂ ਨੂੰ ਬਿਜਲੀ ਫ੍ਰੀ ਮਿਲੂਗੀ ਇਸ ਦੇ ਨਾਲ। ਕੋਈ ਵੀ SC ਹੈ, BC ਹੈ, BPL ਹੈ, ਜਿਹੜੇ ਹੈਗੇ ਆ ਸਭ ਨੂੰ ਜਿਹੜੀ 600 ਯੂਨਿਟ ਤੋਂ ਉੱਪਰ ਜਿਹੜੀ ਬਿਜਲੀ ਹੈ ਉਹ ਭਰਨੀ ਪੈਣੀ ਹੈਗੀ। ਸੋ ਇਹਨਾਂ ਦਾ ਵਾਰ-ਵਾਰ ਇਹ ਕਹਿਣਾ ਜੀ ਇੱਕ ਵੀ ਯੂਨਿਟ ਹੋਗਾ, ਕਿਹੜੀ ਗੱਲ ਤੋਂ ਮੁੱਕ ਰਿਹਾ ਦੱਸੋ? ਜਿਹੜੀ ਗਰੰਟੀ ਸੀ ਉਸ ਤੋਂ ਬਿਲਕੁਲ ਹੂ-ਬਹੂ ਨੂੰ ਇੰਪਲੀਮੈਂਟ ਕੀਤਾ ਗਿਆ ਹੈਗਾ। ਔਰ ਲੋਕ ਇੰਨੇ ਖੁਸ਼ ਹੈ ਕਿ ਸਾਨੂੰ ਦੇਖੋ ਬਿਜਲੀ ਦਾ ਜਿਹੜਾ ਬੋਝ ਸੀ ਬਹੁਤ ਵੱਡਾ ਸੀ। ਇਹਨਾਂ ਦੁਆਰਾ ਜਿਹੜੇ ਪ੍ਰਾਈਵੇਟ ਥਰਮਲ ਪਲਾਂਟਸ ਦੇ ਨਾਲ ਇਹਨੇ ਐਗਰੀਮੈਂਟ ਕੀਤੇ ਸੀ, ਉੱਥੋਂ 12-12 ਰੁਪਏ ਪਰ ਯੂਨਿਟ ਬਿਜਲੀ ਦਾ ਪੈਂਦਾ ਸੀਗਾ। ਲੋਕਾਂ ਦਾ ਦੁਆਲਾ ਨਿਕਲਿਆ ਪਿਆ ਸੀਗਾ। ਲੋਕ ਵਿਚਾਰੇ ਆਪਦੇ ਬੱਚਿਆਂ ਦੇ ਢਿੱਡ ਭਰਨਗੇ, ਲੋਕ ਬਿਜਲੀ ਦਾ ਬਿੱਲ ਭਰਨ। ਸੋ ਇਹ ਅਕਾਲੀ ਦਲ ਤਾਂ ਮੇਰਾ ਖਿਆਲ ਕਿਸੇ ਗੱਲ ਦੇ ਵਿੱਚ ਬੋਲ ਹੀ ਨਹੀਂ ਸਕਦਾ, ਕਿਉਂਕਿ ਇਹਨਾਂ ਦੁਆਰਾ ਕੀਤੇ ਹੋਏ ਐਗਰੀਮੈਂਟ ਦੇਖ ਲਓ। ਚਾਹੇ ਕਾਂਗਰਸ ਦਾ ਪਹਿਲਾਂ ਰਾਜ ਰਿਹਾ, ਉਹਨਾਂ ਨੇ ਉਸ ਤੇ ਕੋਈ ਗੌਰ ਨਹੀਂ ਕੀਤੀ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ, ਜਿਹੜੇ ਗਲਤ ਐਗਰੀਮੈਂਟ ਕੀਤੇ ਉਹਦੀ ਪੜਚੋਲ ਕੀਤੀ ਜਾਊਗੀ। ਔਰ ਮੈਂ
ਇਹਨਾਂ ਨੂੰ ਇੱਕ ਗੱਲ ਜ਼ਰੂਰ ਕਹਿ ਦੇਣਾ ਚਾਹੁੰਦਾ ਕਿ ਜੇ 85% ਲੋਕਾਂ ਨੂੰ ਜੇ ਫ੍ਰੀ ਬਿਜਲੀ ਨਾ ਮਿਲੀ ਤਾਂ ਇਸ ਗੱਲ ਦੀ ਆਮ ਆਦਮੀ ਪਾਰਟੀ ਦੇਣਦਾਰ ਹੋਊਗੀ। ਇਕੱਲੇ ਸਵਾਲ ਨਹੀਂ ਚੁੱਕਣੇ ਚਾਹੀਦੇ, ਸਾਰੀ ਗੱਲ ਨੂੰ ਘੋਖਣਾ ਚਾਹੀਦਾ। ਕੀ ਗੱਲਾਂ ਇੰਪਲੀਮੈਂਟ ਹੋਈਆਂ, ਕੀ ਗਰੰਟੀਜ਼ ਆ, ਸਭ ਉਹੀ ਕੀਤੀਆਂ ਸੀ, ਕੋਈ ਗਲਤ ਗੱਲ ਨਹੀਂ ਕੀਤੀ। ਚੀਦਾ ਸਾਹਿਬ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ 11,000 ਕਰੋੜ ਦਾ ਮਾਲੀਆ ਕਿੱਥੋਂ ਲਿਆਏਗੀ ਆਮ ਆਦਮੀ ਪਾਰਟੀ? ਹਾਲਾਂਕਿ ਤੁਸੀਂ ਇੱਕ ਬਿੱਲ ਤਾਂ ਬਣਾਇਆ, ਤੁਸੀਂ ਇੱਕ ਬਜਟ ਤਾਂ ਬਣਾਇਆ, ਪਰੰਤੂ 11,000 ਕਰੋੜ ਦਾ ਮਾਲੀਆ ਉਹ ਹੈ ਜੋ ਕਿਸਾਨਾਂ ਨੂੰ ਮੋਟਰਾਂ ਦੀ ਬਿਜਲੀ ਤੇ ਦਿੱਤਾ ਜਾਂਦਾ ਸੀ, ਉਸ ਤੋਂ ਦੁੱਗਣਾ ਬਣਦਾ। ਇਹ ਕਿੱਥੋਂ ਭਰਪਾਈ ਹੋਵੇਗੀ? ਵਾਲੀਆ ਸਾਹਿਬ ਦੇਖੋ, ਅਸੀਂ ਕੋਈ ਕਿਸਾਨਾਂ ਦੀ ਜਿਹੜੀਆਂ ਮੋਟਰਾਂ ਦੀ ਬਿਜਲੀ ਆ ਉਹਦੇ ਉੱਪਰ ਵੀ ਕੋਈ ਉਸ ਨਹੀਂ ਕੀਤਾਗਾ, ਠੀਕ ਹੈ ਨਾ, ਉਹ ਵੀ ਉਸ ਤਰ੍ਹਾਂ ਮਿਲਦੀ ਰਹੇਗੀ। ਅਸੀਂ ਜਿਹੜੀ ਲੀਕੇਜ ਬੰਦ ਕਰਕੇ, ਦੇਖੋ ਖਜ਼ਾਨਾ ਖਾਲੀ ਹੈ, ਬਿਲਕੁਲ ਇਹਨਾਂ ਦਾ ਕੀਤਾ ਹੋਇਆ ਖਜ਼ਾਨਾ ਖਾਲੀ ਆ, ਪਰ ਅਸੀਂ ਜਿਹੜੀਆਂ ਐਕਸਾਈਜ਼ ਪਾਲਿਸੀ ਜਿਸ ਤਰ੍ਹਾਂ ਬਣਾ ਰਹੇ ਆ ਜਾਂ ਹੋਰ ਜਿਹੜਾ ਸਿਸਟਮ ਸਾਰਾ ਜਿਹੜੀ ਭ੍ਰਿਸ਼ਟਾਚਾਰ ਖਤਮ ਕਰ ਰਹੇ ਆ, ਮਾਫੀਆ ਰਾਜ ਖਤਮ ਕਰ ਰਹੇ ਆ, ਸਾਰਾ ਇਸ ਸਿਸਟਮ ਨੂੰ ਲਿਆ ਕੇ ਵਾਲੀਆ ਸਾਹਿਬ ਜਿਹੜੇ ਲੋਕਾਂ ਦੇ ਫੰਡਾਮੈਂਟਲਸ ਰਾਈਟ ਹੈ, ਜਿਹੜੇ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਚੀਜ਼ਾਂ ਉਹ ਦੇਵਾਂਗੇ ਔਰ ਬਿਲਕੁਲ ਜਿਹੜੀ ਲੀਕੇਜ ਉਹਨੂੰ ਬੰਦ ਕਰਾਂਗੇ। ਪੰਜਾਬ ਦੇ ਲੋਕ ਬਹੁਤ ਸਿਆਣੇ ਆ। ਪੰਜਾਬ ਦੇਖੋ, ਹੁਣ ਵਿਧਾਨ ਸਭਾ ਦੇ ਵਿੱਚ ਡਿਬੇਟ ਹੋਈ ਹੈ, ਉੱਥੇ ਮੈਂ ਖੁਦ ਉਹ ਵਿਧਾਨ ਸਭਾ ਦੇ ਵਿੱਚ ਬੈਠਾ ਸੀਗਾ ਤੇ ਇਹਨਾਂ ਦੇ ਜਿਹੜੇ ਨੁਮਾਇੰਦੇ ਆ ਚੁਣ ਕੇ ਗਏ ਹੋਏ, ਮੇਰੇ ਖਿਆਲ ਅਕਾਲੀ ਦਲ ਦੇ 3 ਗਏ ਆ, ਉਹਨਾਂ ਦੇ 15-16 ਗਏ ਆ ਕਾਂਗਰਸ ਦੇ, ਔਰ ਉਹਨਾਂ ਨੂੰ ਕਿਸੇ ਗੱਲ ਦਾ ਜਵਾਬ ਤੱਕ ਨਹੀਂ ਆ ਰਿਹਾ। ਉੱਥੇ ਜਿਹੜੀ ਗੱਲ ਕਰਦੇ ਸੀ ਤੁਹਾਨੂੰ ਹਰਾਤਾ ਜੀ। ਅਸੀਂ ਕਿਹਾ ਜਿਵੇਂ ਕਹਿੰਦੇ ਸੰਗਰੂਰ ਜਿਮਨੀ ਚੋਣ ਇਹਨਾਂ ਸਤਿੰਦਰ ਗਿੱਲ ਜੀ ਨੇ ਕਿਹਾ, ਮੈਂ ਗੱਲ ਕਹਿਣਾ ਅਸੀਂ ਹਾਰੇ ਆ, ਪਰ ਇੱਕ ਗੱਲ ਤੁਹਾਡੇ ਮਾਧਿਅਮ ਰਾਹੀਂ ਕਹੂੰਗਾ, ਦੇਖੋ ਜਦੋਂ ਕਿਸੇ ਪੁਰਾਣੇ ਇਹਨਾਂ ਦੇ ਸਰਕਾਰਾਂ ਵੇਲੇ ਕੋਈ ਜਿਮਨੀ ਚੋਣ ਹੁੰਦੀ ਸੀ, ਕੀ ਹਾਲ ਕੀਤਾ ਨੇ ਬਿਊਰੋਕ੍ਰੇਸੀ ਦਾ, ਕਿਸ ਤਰ੍ਹਾਂ ਵੋਟਾਂ ਪਵਾਈਆਂ ਜਾਂਦੀਆਂ ਸੀ, ਕਿਸ ਤਰ੍ਹਾਂ ਬੂਥ ਕੈਪਚਰ ਕੀਤੇ ਜਾਂਦੇ ਸੀਗੇ। ਇਹ ਸਤਿੰਦਰ ਜੀ ਬੈਠੇ ਆ, ਇੱਕ ਵੀ ਕੋਈ ਦਿਖਾ ਜਾਣ ਕੋਈ ਬੂਥ ਕੈਪਚਰਿੰਗ, ਕਿਸੇ ਤਰ੍ਹਾਂ ਦਾ ਕੋਈ ਕਿਸੇ ਉੱਪਰ ਪ੍ਰੈਸ਼ਰ, ਕਿਸੇ ਬਿਊਰੋਕ੍ਰੇਸੀ ਉੱਪਰ ਪ੍ਰੈਸ਼ਰ। ਔਰ ਦੂਸਰੀ ਗੱਲ, ਲੋਕਾਂ ਨੇ ਸਾਨੂੰ, ਠੀਕ ਹੈ ਅਸੀਂ ਫਤਵਾ ਫਿਰ ਵੀ ਮੰਨਦੇ ਆ, ਲੋਕਾਂ ਨੂੰ ਸਾਨੂੰ ਜੇ ਹਰਾਇਆ ਅਸੀਂ ਹਾਰ ਮਨਜ਼ੂਰ ਕਰਦੇ ਆ, ਪਰ ਲੋਕਾਂ ਨੇ ਤੁਹਾਡਾ ਜਲੂਸ ਕੱਢਿਆ, ਜਲੂਸ ਤੁਹਾਨੂੰ 6% ਵੋਟ ਪਈ ਹੈ ਔਰ ਤੁਹਾਡੀਆਂ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਚਲੋ ਜੀਦਾ ਸਾਹਿਬ, ਉਸ ਗੱਲ ਤੋਂ ਪਰਾਂ ਹਟ ਕੇ ਦੇਖੀਏ, ਭਾਜਪਾ ਦੇ ਹਰਜੀਤ ਗਰੇਵਾਲ ਵੀ ਨਹੀਂ ਅੱਜ ਕਹਿੰਦੇ ਨੇ ਕਿ ਨਾ ਤਾਂ ਕੋਈ ਖਾਤਾ ਨਾ ਬਹੀ, ਕੇਜਰੀਵਾਲ ਦੀ ਗਰੰਟੀ ਵੀ ਹੈ ਅਜਿਹੀ। ਇਹ ਗਰੰਟੀਆਂ ਤੇ ਸਵਾਲ ਕਿਉਂ ਚੁੱਕ ਰਹੀ ਹੈ? ਫਿਰ ਵਿਰੋਧੀ ਧਿਰ ਕਿਉਂ ਸਵਾਲ ਚੁੱਕ ਰਹੀ ਹੈ? ਜੇਕਰ ਤੁਸੀਂ ਗਰੰਟੀ ਦੇ ਰਹੇ ਹੋ, ਤੁਹਾਡੀ ਗਰੰਟੀ ਪੂਰੀ ਹੋ ਰਹੀ ਹੈ, ਫਿਰ ਉਹਦੇ ਤੇ ਸਵਾਲ ਕਿਉਂ ਚੁੱਕੇ ਜਾ ਰਹੇ? ਇਹ ਸਵਾਲ ਕਿਉਂ ਹੈ? ਵਾਲਿਆ ਸਾਹਿਬ ਸਵਾਲ ਇਹ ਤਾਂ ਚੁੱਕ ਰਿਹਾ ਕਿ ਇਹਨਾਂ ਤੋਂ ਪੰਜਾਬ ਲਈ ਕੁਝ ਹੋਇਆ ਹੀ ਨਹੀਂ। ਇਹਨਾਂ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਨੇ ਆਪਦੇ ਘਰ ਭਰੇ ਆ, ਅਸੀਂ ਲੋਕਾਂ ਨੂੰ ਕੁਝ ਦੇਣ ਜਾ ਰਹੇ ਹਾਂ, ਲੋਕਾਂ ਦੇ ਘਰਾਂ ਵਾਸਤੇ ਕੁਝ ਕਰ ਰਹੇ ਹਾਂ, ਲੋਕਾਂ ਦੇ ਬੱਚਿਆਂ ਵਾਸਤੇ ਕੁਝ ਕਰ ਰਹੇ ਹਾਂ। ਇਹ ਹਾਲੇ ਵੀ ਇਹਨਾਂ ਨੂੰ ਦੇਖੋ ਇਹ ਗੱਲ ਹਜਮ ਨਹੀਂ ਹੋ ਰਹੀ, ਐਕਸੈਪਟ ਨਹੀਂ ਕਰ ਰਹੇ ਕਿ ਕਦੇ ਆਮ ਆਦਮੀ ਪਾਰਟੀ ਆ ਕੇ ਇਹੋ ਜਿਹੇ ਕੰਮ ਕਰ ਜੂਗੀ। ਇਹਨਾਂ ਕੋਲੇ ਕੋਈ ਮੁੱਦਾ ਨਹੀਂ, ਕਿਸੇ ਪ੍ਰਕਾਰ ਦਾ ਮੁੱਦਾ ਨਹੀਂ। ਤੁਸੀਂ ਆ ਦੇਖ ਲਓ, ਡਿਬੇਟ ਵੀ ਕਰਾਂਗੇ, ਸਿਰਫ ਤੇ ਹਰ ਇੱਕ ਜਿਹੜੀ ਪੋਜ਼ਿਟਿਵ ਗੱਲ ਆ ਉਹਨੂੰ ਵੀ ਨੈਗੇਟਿਵਿਟੀ ਫੈਲਾ ਕੇ ਇਹਨੇ ਜਿਹੜੀ ਡਿਬੇਟ ਕਰਨੀ ਹੈ। ਅੰਕੜਿਆਂ ਨਾਲ ਗੱਲ ਕਰ ਲੈਣ ਜਿਹੜੀ ਕਰਨੀ ਹੈ। ਮੈਂ ਕਹਿੰਦਾ 85% ਲੋਕਾਂ ਨੂੰ ਫ੍ਰੀ ਬਿਜਲੀ ਮਿਲੂਗੀ ਔਰ ਉਹਨਾਂ ਤੋਂ ਨਹੀਂ ਕੁਝ ਦਿੱਤਾ ਗਿਆ। ਵਾਲੀਆ ਸਾਹਿਬ, ਇਹਨਾਂ ਨੇ ਗਲਤ ਐਗਰੀਮੈਂਟ ਕੀਤੇ ਆ, ਇਹਨਾਂ ਨੇ ਐਕਸਾਈਜ਼ ਪਾਲਿਸੀਆਂ ਗਲਤ ਬਣਾਈਆਂ ਸੀਗੀਆਂ, ਇਹਨਾਂ ਨੇ ਪੰਜਾਬ 'ਚ ਮਾਫੀਆ ਰਾਜ ਪੈਦਾ ਕੀਤਾ, ਟਰਾਂਸਪੋਰਟ ਦਾ ਜਿਹੜਾ ਮਾਫੀਆ ਰਾਜ ਪੈਦਾ ਕੀਤਾ। ਆ ਮੈਂ ਸਤਿੰਦਰ ਗਿੱਲ ਜੀ ਨੂੰ ਕਹਿਣਾ ਹੈ ਕਿ ਅੱਜ ਸੜਕਾਂ ਦੇ ਉੱਪਰ ਜਾਓ, ਪੀਆਰਟੀਸੀ ਬੱਸਾਂ ਫਿਰਦੀਆਂ ਨਾ, ਲੋਕਾਂ ਨੂੰ ਦਿਖਦੀਆਂ ਹੈਗੀਆਂ, ਔਰ ਤੁਹਾਡੇ ਰਾਜ ਦੇ ਵਿੱਚ ਕੱਲੀ ਆਰਬਿਟ। ਸੋ ਕੁਛ ਨਾ ਕੁਛ ਕਰਨ ਦਿਓ, ਸਮਾਂ ਆਉਣ ਦਿਓ, ਪੰਜਾਬ ਦੇ ਲੋਕਾਂ ਦਾ ਭਲਾ ਕਰਾਂਗੇ ਔਰ ਪੰਜਾਬ ਦੇ ਲੋਕਾਂ ਦੇ ਨਾਲ ਖੜਾਂਗੇ ਔਰ ਪੰਜਾਬ ਦੇ ਲੋਕ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਨਾਲ ਹੈ। ਠੀਕ ਹੈ, ਕਾਂਗਰਸ ਦੇ ਪ੍ਰਵਕਤਾ ਤੋਂ ਜਾਣ ਲੈਂਦੇ ਆ। ਵਿਕਰਮ ਜੀ, ਕਿਵੇਂ ਵੇਖਦੇ ਹੋ ਅੱਜ ਆਮ ਆਦਮੀ ਪਾਰਟੀ ਵੱਲੋਂ ਆਪਣਾ ਜੋ ਪਹਿਲਾ ਵਾਅਦਾ ਸੀ, ਜਿਸ ਨੂੰ ਗਰੰਟੀ ਕਿਹਾ ਜਾਂਦਾ ਸੀ, ਉਸ ਨੂੰ ਪੂਰਾ ਕਰ ਦਿੱਤਾ ਗਿਆ ਹੈ, ਤੇ ਤੁਹਾਡੇ ਤੇ ਵੀ ਇੱਕ ਇਲਜ਼ਾਮ ਹੈ ਕਿ ਪੀਪੀਏ ਕਾਂਗਰਸ ਨੇ ਰੱਦ ਨਹੀਂ ਕੀਤੇ ਤੇ ਹੁਣ ਆਮ ਆਦਮੀ ਪਾਰਟੀ ਰੱਦ ਕਰੇਗੀ। ਇਹ ਗੱਲ ਵੀ ਆਮ ਆਦਮੀ ਪਾਰਟੀ ਦੇ ਇਸ਼ਾਰਿਆਂ ਦੇ ਵਿੱਚ ਕਹਿ ਦਿੱਤੀ ਗਈ ਹੈ। ਜੀ ਦੇਖੋ, ਸਰਦਾਰ ਸਾਹਿਬ ਨੇ ਜਿਹੜੇ ਮੇਰੇ ਅਕਾਲੀ ਦਲ ਦੇ ਵੀਰ ਨੇ ਸਵਾਲ ਉੱਠੇ, ਉਹਨਾਂ ਦਾ ਅਕਾਲੀ ਦਲ ਦੀ ਸਰਕਾਰ ਨੂੰ ਭੰਡ ਕੇ ਜਵਾਬ ਦਿੱਤਾ ਔਰ ਉਹਨਾਂ ਨੇ ਕੋਈ ਵਾਜਬ ਜਵਾਬ ਨਹੀਂ ਦਿੱਤਾ ਵੀ ਇਹ 600 ਯੂਨਿਟ ਦਾ ਯੂਟੀਲਾਈਜ਼ ਕਿਸ ਤਰੀਕੇ ਨਾਲ ਹੋਊਗਾ। ਦੇਖੋ 600 ਯੂਨਿਟ ਇਹਨਾਂ ਨੇ ਮਾਫ ਕਰ ਦਿੱਤੇ ਆ, ਪਰ ਨਾਲ ਹੀ ਇੱਕ ਕੰਡੀਸ਼ਨ ਲਗਾ ਦਿੱਤੀ ਗਈ ਆ, ਜਦੋਂ ਹੀ 601 ਯੂਨਿਟ ਹੋ ਜਾਊਗਾ ਤਾਂ ਆਪਾਂ ਨੂੰ ਪੂਰਾ 601 ਯੂਨਿਟ ਦਾ ਬਿੱਲ ਬਣ ਕੇ ਆ ਜਾਊਗਾ। ਹੁਣ ਚਰਨਜੀਤ ਜੀ ਦੇਖੋ, ਆਪਾਂ ਸ਼ਹਿਰਾਂ ਦੇ ਵਿੱਚ ਮੱਧ ਵਰਗੀ ਪਰਿਵਾਰ ਹੈ, ਅੱਜ ਕੱਲ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਮੁਤਲਕ ਸ਼ਹਿਰਾਂ ਦੇ ਵਿੱਚ ਘਰ ਛੋਟੇ ਹੁੰਦੇ ਆ, ਉੱਥੇ ਆਪਣੀ ਇੱਕ ਨੀਡ ਬਣ ਚੁੱਕੀ ਹੈ ਏਸੀ ਲਾਉਣਾ। ਆਪਾਂ ਕੰਬਾਈਨਡ ਫੈਮਲੀਆਂ ਚ ਰਹਿੰਦੇ ਮੋਸਟਲੀ ਲੋਕ, ਠੀਕ ਹੈ, ਹਰੇਕ ਘਰ ਦੇ ਵਿੱਚ ਮਿਨੀਮਮ 2-2 ਏਸੀ ਹੁੰਦੇ ਨੇ। ਤੁਸੀਂ ਦੇਖਿਓ ਵੀ ਜਿਹੜੀ 600 ਯੂਨਿਟ ਆ ਉਹ ਤਾਂ 1 ਮਹੀਨੇ ਦੇ ਵਿੱਚ ਹੀ ਕੰਜ਼ਿਊਮ ਹੋ ਜਾਊਗੀ, ਠੀਕ ਹੈ ਨਾ। ਇਹ ਤਾਂ ਕਰਦੇ ਫੇਰ ਫਾਇਦਾ ਹੁੰਦਾ ਵੀ ਇਹ ਕਹਿੰਦੇ ਵੀ ਮੰਨ ਲਓ ਤੁਸੀਂ 1000 ਯੂਨਿਟ 2 ਮਹੀਨਿਆਂ ਦੇ ਵਿੱਚ ਕੰਜ਼ਿਊਮ ਕਰਦੇ ਹੋ, ਉਹਦੇ ਵਿੱਚੋਂ ਤੁਹਾਨੂੰ 600 ਦਾ ਕੱਟ ਕੇ 400 ਯੂਨਿਟ ਤੱਕ ਓਨਲੀ ਤੁਹਾਨੂੰ ਬਿੱਲ ਲੱਗੂਗਾ। ਇਹ ਤਾਂ ਉਹ ਗੱਲ ਹੋਈ ਵੀ ਪੰਜਾਬੀ ਚ ਕਹਿੰਦੇ ਆ ਨਾ, ਦੁੱਧ ਦਿੱਤਾ ਵੀ ਤੇ ਮੀਂਗਣਾ ਘੋਲ ਕੇ, ਉਹ ਗੱਲ ਕੀਤੀ ਗਈ। ਜਾਂ ਤਾਂ ਇਹ ਦਿੱਲੀ ਦੇ ਵਿੱਚ ਸਾਡੀਆਂ ਟੀਮਾਂ ਉੱਥੇ ਬਤੌਰ
ਐਜ਼ ਏ ਯੂਥ ਕਾਂਗਰਸ ਸਾਡੀ ਡਿਊਟੀ ਲੱਗਦੀ ਰਹੀ। ਅਸੀਂ ਦਿੱਲੀ ਦੇ ਵਿੱਚ ਘਰ ਘਰ ਗਲੀਆਂ ਦੇ ਵਿੱਚ ਜਾ ਕੇ ਸਰਵੇ ਕੀਤਾ ਸੀ, ਉੱਥੇ ਵੀ ਇਹਨਾਂ ਨੇ ਫਿਰ ਏਦਾਂ ਹੀ ਕਾਂਗਰਸ ਦੀ ਜ਼ੀਰੋ ਝੂਠ ਦਾ ਕਿਉਂ ਹੈ ਉੱਥੇ? ਪਲੰਦਾ- ਜ਼ੀਰੋ ਕਿਉਂ ਨਹੀਂ ਟੁੱਟ ਰਹੀ ਕਾਂਗਰਸ ਦੀ? ਇਹ ਵੀ ਤਾਂ ਸਵਾਲ ਖੜਾ ਹੋ ਜਾਂਦਾ ਵਿਕਰਮ ਜੀ, ਜੀ ਉੱਥੇ ਦੇਖੋ, ਜ਼ੀਰੋ ਕਿਉਂ ਕਈ ਨਹੀਂ ਟੁੱਟ ਕਮੀਆਂ ਰਹੀ? ਹੁੰਦੀਆਂ, ਉਹ ਕਮੀਆਂ ਕਰਕੇ ਹੀ ਲੋਕਾਂ ਦਾ ਫਤਵਾ ਦਿੱਤਾ ਨਾ, ਤਾਂ ਹੀ ਕੁਝ ਕਮੀਆਂ ਸੀ, ਅਸੀਂ ਉਹਨਾਂ ਨੂੰ ਮੰਨਦੇ ਆ। ਐਤਕੀ ਵੀ ਪੰਜਾਬ ਦੇ ਵਿੱਚ ਸਾਡੇ ਖੁਦ ਲੀਡਰਾਂ ਦੇ ਵਿੱਚ ਕਮੀਆਂ ਸੀ, ਜਿਹਦਾ ਲੋਕਾਂ ਨੇ ਸ਼ੀਸ਼ਾ ਦਿਖਾਇਆ ਤਾਂ ਉਹਨਾਂ ਨੂੰ ਘਰੇ ਬਿਠਾਇਆ। ਚਾਹੀਦਾ ਵੀ ਇਹੀ ਹੈ, ਇਹੀ ਲੋਕਤੰਤਰ ਹੈ। ਤੁਸੀਂ ਇਹ ਇਸ ਸਰਕਾਰ ਗੱਲ ਵਿਕਰਮ ਜੀ ਇਸ ਗੱਲ ਨੂੰ ਐਕਸੈਪਟ ਕਰਦੇ ਹੋ ਕਿ ਨਵਜੋਤ ਸਿੰਘ ਸਿੱਧੂ ਜਿਹੜੀ ਰਾਹਾਂ ਤੇ ਤੋਰਨਾ ਚਾਹੁੰਦਾ ਸੀ ਕਾਂਗਰਸ, ਉਹਨਾਂ ਰਾਹਾਂ ਤੇ ਕਾਂਗਰਸ ਤੁਰੀ ਨਹੀਂ, ਇਸ ਕਰਕੇ ਹੀ ਕਾਂਗਰਸ ਅੱਜ ਘਰੇ ਬੈਠੀ ਹੈ? ਬਿਲਕੁਲ ਜੀ, ਆਪਸੀ ਕਲੇਸ਼ ਨੂੰ ਹੀ, ਕਾਂਗਰਸ ਦੇ ਆਪਸੀ ਕਲੇਸ਼ ਨੂੰ ਆਪ ਹੀ ਲੈ ਬੈਠਾ। ਜਿਹੜਾ ਕਾਂਗਰਸ ਅੱਜ ਇਸ ਇੱਕ ਲੈਵਲ ਤੇ ਆ ਕੇ ਖੜੀ ਹੈ ਨਾ, ਇਹਦਾ ਮੇਨ ਅਸੀਂ ਕਾਰਨ ਆਪਸੀ ਕਲੇਸ਼ ਨੂੰ ਮੰਨਦੇ ਆ। ਠੀਕ ਹੈ, ਚਲੋ ਹਰੇਕ ਘਰਾਂ ਦੇ ਵਿੱਚ ਕਲੇਸ਼ ਹੁੰਦੇ ਆ, ਪਾਰਟੀਆਂ ਦੇ ਵਿੱਚ ਹੁੰਦੇ ਆ, ਉਹਦਾ ਲੋਕਾਂ ਨੇ ਸਾਨੂੰ ਸ਼ੀਸ਼ਾ ਦਿਖਾਇਆ, ਅਸੀਂ ਉਸ ਚੀਜ਼ ਤੋਂ ਉੱਭਰਾਂਗੇ ਤੇ ਇੱਕ ਨਵੀਂ ਕਾਂਗਰਸ ਅੱਗੇ ਲੈ ਕੇ ਆਵਾਂਗੇ। ਪਰ ਹੁਣ ਤੁਸੀਂ ਦੇਖੋ 600 ਯੂਨਿਟ ਕਹਿਤਾ ਜੀ ਇਹਨਾਂ ਨੇ, ਹੁਣ ਇੱਕ ਬੰਦਾ ਇੱਕ ਜ਼ਰੂਰ ਹੈ ਵੀ ਹੁਣ ਰੁਜ਼ਗਾਰ ਜ਼ਰੂਰ ਵਧਾਤਾ ਵੀ ਹਰ ਘਰ ਇੱਕ ਸਿਕਿਉਰਿਟੀ ਗਾਰਡ ਰੱਖੂਗਾ ਤੇ ਉਹਨੂੰ ਹਮੇਸ਼ਾ ਮੀਟਰ ਦੇ ਮੂਹਰੇ ਖੜਾ ਰਹਿਣਾ ਪਿਆ ਕਰੂਗਾ ਕਿ ਜਦੋਂ ਹੀ 600 ਯੂਨਿਟ ਹੋਗੀ ਉਦੋਂ ਹੀ ਘਰ ਦੀਆਂ ਸੁੱਚਾਂ ਬੰਦ ਕਰ ਦਿਓ ਤੇ ਹੁਣ ਦੀਵੇ ਤੇ ਮੋਮਬੱਤੀਆਂ ਜਗਾ ਲਓ। ਇਹ ਕੀ ਗੱਲ ਹੋਈ? ਜੇ ਇਹਨਾਂ ਨੇ ਬਿਜਲੀ ਦੇਣੀ ਆ, ਫ੍ਰੀ ਦੇਣੀ ਆ, ਇੱਕ ਪ੍ਰੋਪਰ ਤਰੀਕੇ ਨਾਲ ਦੇਣ। ਇਹਨਾਂ ਨੇ ਜਿਹੜਾ 600 ਦਾ, ਮੈਂ ਚਰਨਜੀਤ ਜੀ ਤੁਹਾਨੂੰ ਦੱਸਦਾ ਜਿਹੜਾ ਮਾਲੀਆ ਇਕੱਠਾ ਕੀਤਾ ਨਾ, ਸ਼ਾਇਦ ਮੈਂ ਸਰਦਾਰ ਸਾਹਿਬ ਨੂੰ ਦੱਸਣਾ ਚਾਹੁੰਦਾ, ਇਹਨਾਂ ਨੇ ਕਰੋੜਾਂ ਰੁਪਏ ਕਿੱਥੋਂ ਇਕੱਠੇ ਕੀਤੇ। ਐਸਪੀ ਕਨੈਕਸ਼ਨ ਹੁੰਦੇ ਨੇ ਜੋ ਕਿ ਕਮਰਸ਼ੀਅਲ ਹੁੰਦੇ ਨੇ, ਪੰਜਾਬ ਦੇ ਵਿੱਚ 80 ਤੋਂ ਲੈ ਕੇ 85,000 ਕਮਰਸ਼ੀਅਲ ਕਨੈਕਸ਼ਨ ਨੇ। ਇਹਨਾਂ ਨੇ ਕੀ ਕੀਤਾ, ਜਦੋਂ ਹੀ ਆਮ ਆਦਮੀ ਪਾਰਟੀ ਹੋਂਦ ਚ ਆਈ, ਸਾਰਿਆਂ ਨੂੰ ਉਹਨਾਂ ਦੀ ਕੈਪੈਸਿਟੀ ਦੇ ਅਕੋਰਡਿੰਗ, ਕਿਸੇ ਨੂੰ 30,000, ਕਿਸੇ ਨੂੰ 40,000, ਕਿਸੇ ਨੂੰ 60,000 ਉਹਨਾਂ ਦੇ ਬਿੱਲਾਂ ਦੇ ਵਿੱਚ ਲਾ ਕੇ ਐਕਸਟਰਾ ਭੇਜ ਦਿੱਤਾ। ਉਹਨਾਂ ਦੇ ਪੁੱਛਣ ਤੇ ਇਹ ਕਹਿੰਦੇ ਵੀ ਜਿਹੜਾ ਪਿਛਲਾ ਚਰਨਜੀਤ ਚੰਨੀ ਸਰਕਾਰ ਮਾਫ ਕਰਕੇ ਗਈ ਸੀ ਨਾ, ਜਿਹੜਾ ਅਸੀਂ ਉਹ ਹੁਣ ਤੁਹਾਡੇ ਤੋਂ ਵਸੂਲ ਰਹੇ ਆ, ਉਹਨਾਂ ਵਿਚਾਰਿਆਂ ਦਾ ਕੀ ਕਸੂਰ? ਚਲੋ ਜਵਾਬ ਲੈ ਲੈਣੇ ਆ, ਤੁਹਾਡਾ ਸਵਾਲ ਆ ਗਿਆ, ਜਵਾਬ ਲੈ ਲੈਣੇ ਆ। ਨਵਦੀਪ ਜੀ ਦਿਓ ਜਵਾਬ ਇਸ ਗੱਲ ਦਾ, ਵਿਕਰਮ ਜੀ ਵੱਲੋਂ ਚੱਕ ਦਿੱਤਾ ਜਿਹੜਾ ਸਵਾਲ। ਸਰ ਇਹ ਕਮਰਸ਼ੀਅਲ ਮੀਟਰਸ ਦੀ ਗੱਲ ਨਹੀਂ ਕਰ ਰਹੇ, ਇਹ ਗੱਲ ਉਹ ਕਰ ਰਿਹਾ ਜਿਹੜੇ ਇਹਨਾਂ ਨੇ ਆਪਦੇ ਵੋਟਰਾਂ ਸਪੋਰਟਰਾਂ ਨੂੰ ਜਿਹੜੀਆਂ ਕੀਤਾ ਸੀ ਨਾ ਵੀ ਸਾਨੂੰ ਅਸੀਂ ਘਪਲੇਬਾਜ਼ੀ ਕਰਵਾਈਆਂ ਸੀਗੀਆਂ, ਉਹ ਜ਼ਰੂਰ ਅਸੀਂ ਆਮ ਆਦਮੀ ਪਾਰਟੀ ਨੇ ਬਿਲਕੁਲ ਉਹਨਾਂ ਦੀ ਬਿਜਲੀ ਬੋਰਡ ਆ ਜਾਂ ਜਾ ਕੇ ਉਹਨਾਂ ਦਾ ਰੇਡ ਕੀਤਾ ਹੈ। ਪਰ ਇਹ ਨਹੀਂ ਹੋ ਸਕਦਾ ਕਦੇ ਵੀ ਕਮਰਸ਼ੀਅਲ ਮੀਟਰਾਂ ਦੇ ਵਿੱਚ। ਦੇਖੋ ਅੰਕੜਿਆਂ ਦੀ ਗੱਲ, ਕੋਈ ਮੈਨੂੰ ਜਿਹੜੇ ਬੈਠੇ ਆ ਕਾਂਗਰਸ ਦੇ ਪ੍ਰਵਕਤਾ, ਮੈਨੂੰ ਕੋਈ ਬਿੱਲ ਇੱਥੇ ਦਿਖਾ ਦੇਣ ਸਕਰੀਨ ਤੇ ਵੀ ਆ ਜਿਹੜਾ ਕਮਰਸ਼ੀਅਲ ਨੂੰ ਤੁਸੀਂ ਬਿੱਲ 20-30,000 ਲੱਗ ਭੇਜਤਾ, ਇੱਕ ਡਿਸਪਲੇ ਕਰਦੇ ਆ। ਦੂਸਰੀ ਗੱਲ ਪਰਸਨਲ ਤੁਸੀਂ ਬੋਲਣ ਦਿਓ ਵਿਕਰਮ ਜੀ, ਉਹਨਾਂ ਨੂੰ ਪੱਖ ਰੱਖ ਲੈਣ ਦਿਓ, ਮੈਂ ਤੁਹਾਡਾ ਹੀ ਪੱਖ ਜਾਣੂਗਾ। ਸੁਣ ਲਓ। ਔਰ ਜਿਹੜੇ ਇਹਨਾਂ ਦੇ ਰਾਜ ਦੇ ਵਿੱਚ ਥਾਂ ਘਪਲੇ ਹੁੰਦੇ ਸੀਗੇ, ਜਿਹੜੇ ਚਾਹੇ ਪੀਪੀ ਐਗਰੀਮੈਂਟ ਦੇ ਵਿੱਚ ਅਕਾਲੀ ਦਲ ਸਮੇਂ ਹੋਇਆ ਜਾਂ ਇਹਨਾਂ ਦੀ ਸਰਕਾਰ ਵੀ ਗਈ ਹੈ, ਇੰਨਾ ਟਾਈਮ ਵੀ ਲੰਘਿਆ ਹੈਗਾ, ਅਸੀਂ ਉਹਨਾਂ ਤੇ ਜ਼ਰੂਰ ਗੌਰ ਕਰਾਂਗੇ। ਉਹਨਾਂ ਨੂੰ ਬਿਲਕੁਲ ਜਿਹੜਾ ਸਿਸਟਮ ਦੇ ਮੁਤਾਬਕ ਲਿਆਂਦਾ ਜਾਊਗਾ। ਪਰ ਅੱਜ ਵੀ ਕਹਿੰਦੇ ਆ, ਨਾ ਕਿਸੇ ਨੂੰ ਗਲਤ ਕੰਮ ਆਮ ਆਦਮੀ ਪਾਰਟੀ ਕਰਨ ਦੇਵੇ, ਨਾ ਕੋਈ ਭ੍ਰਿਸ਼ਟਾਚਾਰ ਕਰਨ ਦੇਵੇ, ਨਾ ਕੋਈ ਆਪਦੇ ਨੀਅਰ ਡੀਅਰ। ਦੇਖੋ ਮੈਂ ਦੁਬਾਰਾ ਫਿਰ ਕਹਿਣਾ ਕਿ ਜਿਹੜੇ ਪੀਪੀਏ ਕੀਤੇ ਸੀਗੇ ਉਹਦਾ ਕਰਕੇ ਹੀ ਜਿਹੜਾ ਬਿਜਲੀ ਬੋਰਡ ਦਾ ਅੱਜ ਬਿਲਕੁਲ ਦੁਬਾਰਾ ਨਿਕਲਿਆ ਪਿਆਗਾ। ਠੀਕ ਹੈ, ਉਹ ਗੌਰਵ ਸੰਧੀ ਜੀ ਤੋਂ ਪੁੱਛ ਲਾਂਗੇ ਉਹਦੇ ਬਾਰੇ। ਠੀਕ ਹੈ, ਨਾਨਕ ਦੇ ਥਰਮਲ ਪਲਾਂਟ ਸੀ, ਉਹਨੂੰ ਡਿਸਮੈਂਟਲ ਕਰ ਦਿੱਤਾ ਗਿਆ। ਉਹਦੇ ਉੱਪਰ ਕਿੰਨੀ ਬਿਜਲੀ, ਜਿਹੜੀ ਲੋਕਾਂ ਨੂੰ ਸਸਤੀ ਬਿਜਲੀ ਮਿਲਦੀ ਸੀ, ਕਿੰਨਾ ਸਸਤਾ ਯੂਨਿਟ ਮਿਲਦਾ ਸੀ। ਸੋ ਇਹਨਾਂ ਦੇ ਆਪਦੇ ਨਕੰਮੇ ਕੰਮਾਂ ਦਾ ਠੀਕਰਾ ਸਾਡੇ ਸਿਰ ਭੰਨ ਕੇ, ਕੱਲੀ ਨੈਗੇਟਿਵਿਟੀ ਫੈਲਾ ਕੇ ਇਹ ਹੁਣ ਗੱਲ ਕਰ ਰਿਹਾ ਕੱਲੀ ਵੀ 600 ਯੂਨਿਟ ਤੋਂ। ਜੇ ਇੱਕ ਵੀ ਦੇਖੋ, ਜਿਹੜੇ ਗਰੀਬ ਪਰਿਵਾਰ ਆ ਉਹਨਾਂ ਨੂੰ 600 ਯੂਨਿਟ ਤੋਂ ਜਿਹੜੀ ਉੱਪਰ ਯੂਨਿਟ ਬਿੱਲ ਕੰਜ਼ਿਊਮ ਹੋਣਗੇ ਉਹੀ ਬਿੱਲ ਭਰਨਾ ਪੈਣਾ ਹੈਗਾ। ਮੇਰੀ ਗੱਲ ਤੁਸੀਂ ਕਿਹਾ ਸੀ ਸਿਰਫ 1 ਕਿਲੋਵਾਟ ਤੱਕ, ਅਸੀਂ 2 ਕਿਲੋਵਾਟ ਤੱਕ ਵੀ ਕੀਤਾ। ਔਰ ਉਸ ਤੋਂ ਬਾਅਦ ਵੀ ਜਿਹੜੇ ਗਰੀਬ ਪਰਿਵਾਰ ਆ, ਕਿਸੇ ਨੂੰ ਕੋਈ 600 ਯੂਨਿਟ ਤੇ, ਹਾਂ ਜਿਹੜਾ ਬੰਦਾ ਭਰ ਸਕਦਾ, ਜਿਹਦੇ ਘਰੇ 3 AC ਲੱਗਿਆ, ਉਹਦਾ ਜ਼ਰੂਰ 600 ਤੋਂ ਵਧੂਗਾ, ਉਹ ਬਿੱਲ ਵੀ ਭਰ ਸਕਦਾ ਇਨਸਾਨ। ਪਰ 85% ਲੋਕ ਜਿਹੜੇ ਆ ਸਾਡੇ ਪੰਜਾਬ ਦੇ, ਉਹਨਾਂ ਨੂੰ ਫ੍ਰੀ ਬਿਜਲੀ ਮਿਲਣ ਜਾ ਰਹੀ ਹੈ। ਠੀਕ ਹੈ, ਅਰੋੜਾ ਸਾਹਿਬ ਤੁਹਾਡਾ ਪੱਖ ਜਾਣ ਲੈਣਾ ਚਾਹੁੰਦੇ ਆ। 78 ਲੱਖ ਪਰਿਵਾਰਾਂ ਨੂੰ ਸਹਾਇਤਾ ਮਿਲੇਗੀ ਤੇ ਦੂਜੇ ਪਾਸੇ 11,000 ਕਰੋੜ ਦਾ ਵਿੱਤੀ ਬੋਝ ਵੀ ਆ, ਕਿਵੇਂ ਵੇਖਦੇ ਹੋ ਇਸ ਫੈਸਲੇ ਨੂੰ? ਦੇਖੋ ਚਰਨਜੀਤ ਜੀ, ਇਸ ਤਰ੍ਹਾਂ ਕਿ ਅੱਜ ਰਾਘਵ ਚੱਡਾ ਜੀ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਕਿਹਾ ਜੀ ਇਹ ਪੰਜਾਬ ਦੇ ਵਾਸਤੇ ਬੜਾ ਇਤਿਹਾਸਿਕ ਫੈਸਲਾ ਹੈ। ਇਹ ਰਾਘਵ ਚੱਡਾ ਨੇ ਕਿਹਾ, ਜਿਹੜਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 300 ਯੂਨਿਟ ਬਿਜਲੀ ਫ੍ਰੀ ਕੀਤੀ। ਤਾਂ ਭਾਰਤੀ ਜਨਤਾ ਪਾਰਟੀ ਅੱਜ ਤੁਹਾਡੇ ਇਸ ਚੈਨਲ ਤੇ ਕਹਿ ਰਹੀ ਹੈ ਕਿ ਇਹ ਸਾਰਿਆਂ ਨਾਲੋਂ ਜ਼ਿਆਦਾ ਇਤਿਹਾਸਿਕ ਧੋਖਾ ਹੈ ਪੰਜਾਬ ਦੇ ਲੋਕਾਂ ਦੇ ਲਈ। ਇਹ ਆਮ ਆਦਮੀ ਪਾਰਟੀ ਦੇ ਬੁਲਾਰੇ ਮੈਨੂੰ ਨਹੀਂ ਸਮਝ ਆਉਂਦੀ ਕਿਸ ਅੰਕੜਿਆਂ ਦੇ ਨਾਲ ਕਹਿ ਰਹੇ ਆ ਜੀ 85% ਲੋਕਾਂ ਨੂੰ ਫਾਇਦਾ। ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿ ਰਿਹਾ ਕਿ 85% ਲੋਕਾਂ ਦੇ ਨਾਲ ਧੋਖਾ ਹੋ ਰਿਹਾ ਔਰ 85% ਲੋਕਾਂ ਨੂੰ ਇਸ ਫੈਸਲੇ ਦਾ ਕੋਈ ਲਾਭ ਨਹੀਂ ਹੋਣਾ। ਜਿਹੜੀ ਗੱਲ ਨਵਦੀਪ ਜੀ ਕਹਿ ਰਹੇ,
ਬਿਲਕੁਲ ਗੱਲ ਕਾਂਗਰਸ ਦੇ ਬੁਲਾਰੇ ਨੇ ਠੀਕ ਕਹੀ ਕਿ ਹਰ ਘਰ ਦੇ ਵਿੱਚ ਏਸੀ ਲੱਗਾ। ਇਹਨਾਂ ਨੇ ਤਾਂ ਸਾਰਿਆਂ ਦੇ ਏਸੀ ਬੰਦ ਕਰਵਾਤੇ। ਤੁਸੀਂ ਮੈਨੂੰ ਦੱਸੋ ਕਿ 100 ਦਿਨਾਂ ਦੇ क्या वो ਵਿੱਚ बिल भी भर सकता है ना? ਤੁਸੀਂ ਦੇਖੋ ਜੀ, ਮੇਰੀ ਗੱਲ ਸੁਣੋ, 100 ਦਿਨਾਂ ਦੇ ਵਿੱਚ ਉਹ ਬਿੱਲ ਭਰ ਸਕਦਾ ਤਾਂ ਫਿਰ ਫਾਇਦਾ ਕਾਹਦਾ ਹੋਇਆ? ਇਹ 85% ਫਾਇਦਾ ਕਿੱਦਾਂ ਕਢਾ ਸਕਦੇ? ਇਹ ਕਹਿੰਦੇ ਜੀ ਜਿੰਨੇ ਘਰ ਏਸੀ ਲੱਗਾ, ਇਹਦਾ ਮਤਲਬ 85% ਲੋਕਾਂ ਦੇ ਘਰ ਏਸੀ ਲੱਗੇ ਆ, 90% ਘਰਾਂ 'ਚ ਲੱਗੇ ਆ। ਤੇ ਜੇ ਉਹ ਬਿੱਲ ਭਰ ਸਕਦੇ ਤੇ 300 ਯੂਨਿਟ ਦਾ ਫਾਇਦਾ ਕਿੱਦਾਂ ਹੋਇਆ? ਮੈਨੂੰ ਇਹ ਗਿਣਾ ਦੇਣ। ਇਹ ਆਪਣੀ ਗੱਲ ਦੇ ਵਿੱਚ ਕੰਟਰਡਿਕਸ਼ਨ ਹੈ। ਦੂਸਰੀ ਗੱਲ ਜਿਹੜੀ ਹੈ ਕਿ ਪਿਛਲੇ 100 ਦਿਨਾਂ ਦੇ ਵਿੱਚ ਇੱਕ ਦਿਨ ਵੀ ਐਸਾ ਨਹੀਂ ਗੁਜ਼ਰਿਆ ਜਿਹੜਾ ਕਿ ਬਿਜਲੀ ਦਾ ਕੱਟ ਨਾ ਲੱਗਾ ਹੋਵੇ। ਭਾਈ ਪਹਿਲੇ ਬਿਜਲੀ ਦਾ ਦਿਓ, ਬਿਜਲੀ ਦਾ ਤੁਸੀਂ ਦੇ ਨਹੀਂ ਰਹੇ। ਅਸੀਂ ਪ੍ਰੋਜੈਕਟ ਬੰਦ ਕਰ ਦਿਆਂਗੇ ਜੀ, ਅਸੀਂ ਪੀਪੀਏ ਰੱਦ ਕਰ ਦਿਆਂਗੇ। ਉਹ ਭਾਈ ਪੀਪੀਏ ਰੱਦ ਕਰੋਗੇ ਤਾਂ ਪਹਿਲੇ ਅਲਟਰਨੇਟਿਵ ਦਾ ਸੋਚੋ ਕਿ ਬਿਜਲੀ ਦਾ ਸੋਰਸ ਕੀ ਹੋਏਗਾ। ठीक है। ਬਿਜਲੀ ਦਾ ਸੋਰਸ ਦਾ ਤੁਸੀਂ ਪੈਦਾ ਨਹੀਂ ਕੀਤਾ। ਗੱਲ ਇਹ ਹੈ ਕਿ ਵੀ ਇਹ ਗੰਨੀ ਵਾਸਤੇ ਕੜਾਹ ਬਣਾਉਣਾ, ਮਿੱਠਾ ਕਿਉਂ ਘੱਟ ਪਾਣਾ, ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਾਲ ਹੈ। ਕਹਿੰਦੇ ਅਸੀਂ ਭ੍ਰਿਸ਼ਟਾਚਾਰ ਖਤਮ ਕਰਕੇ ਅਸੀਂ ਰੈਵਨਿਊ ਇਕੱਠਾ ਕਰਾਂਗੇ। ਉਹ ਭਾਈ ਅੱਜ ਵੀ ਅਖਬਾਰ 'ਚ ਏਡੀ ਵੱਡੀ ਖਬਰ ਲੱਗੀ ਪੰਜਾਬ ਕਿਸ਼ਤੀ 'ਚ, ਤੁਹਾਡੇ ਤਹਿਸੀਲਦਾਰ ਨੇ ਐਨਓਸੀ ਹੁੰਦੇ ਹੋਏ 20,000 ਰੁਪਇਆ ਰਿਸ਼ਵਤ ਲਈ ਹੈ। चलो उस मुद्दे तो दूर ना होइए, जो मुद्दा ਅਸੀਂ डिस्कस कर रहे हैं उस मुद्दे ਤੇ ਆਈਏ ਅਰੋੜਾ ਸਾਹਿਬ। ਸਮਾਰਟ ਸਿਟੀ ਫੰਡ ਦੇ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਹੋਇਆ ਜਲੰਧਰ ਦੇ ਵਿੱਚ, ਸਾਰੇ ਮਹਾਨਗਰਾਂ ਦੇ ਵਿੱਚ। ਦੱਸੋ ਕਿਹੜਾ ਅਫਸਰ ਤੁਸੀਂ ਸਸਪੈਂਡ ਕੀਤਾ, ਕਿਹੜੇ ਅਫਸਰ ਤੇ ਤੁਸੀਂ ਕਾਰਵਾਈ ਕੀਤੀ ਹੈ? ਠੀਕ ਹੈ, ਤੁਹਾਡਾ ਸਵਾਲ ਆ ਗਿਆ, ਜਵਾਬ ਲੈ ਲੈਣੇ ਆ। ਪਹਿਲਾਂ ਮੈਂ ਗੁਰਸੇਵਕ ਸੰਧੀ ਜੀ ਕੋਲ ਜਾਵਾਂਗਾ। ਸੰਧੂ ਸਾਹਿਬ, ਜਿਹੜਾ ਇਹ ਫੈਸਲਾ ਹੈ, ਇਸ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਬਿਜਲੀ ਬੋਰਡ ਤੇ ਵਿੱਤੀ ਬੋਝ 11,000 ਕਰੋੜ ਦਾ ਪਵੇਗਾ ਤੇ ਇਸ ਫੈਸਲੇ ਦੇ ਨਾਲ ਕਿਤੇ ਨਾ ਕਿਤੇ ਬਿਜਲੀ ਬੋਰਡ ਆਪਣੇ ਪੈਰਾਂ ਤੇ ਦੁਬਾਰਾ ਖੜਾ ਹੋ ਸਕਦਾ ਹੈ ਕਿ ਨਹੀਂ? ਦੇਖੋ ਜੀ, ਜਿਹੜਾ 300 ਯੂਨਿਟ ਫ੍ਰੀ ਬਿਜਲੀ ਦੀ ਮੰਗ ਹੈ ਕਿਸੇ ਵੀ ਵਰਗ ਵੱਲੋਂ ਨਹੀਂ ਕੀਤੀ ਗਈ। ਇਹ ਤਾਂ ਕੀਤੀ ਗਈ ਹੈ, ਦੱਸੋ? ਠੀਕ ਹੈ, ਸਰਕਾਰ ਦਾ ਆਪਣਾ ਫੈਸਲਾ ਹੈ, ਆਪਣੀ ਗਰੰਟੀ ਹੈ। ਲੋਕ ਕੋਈ ਵੀ ਹੈ, ਲੋਕ ਘੱਟੋ ਘੱਟ 90% ਲੋਕ ਆ ਜਿਹੜੇ ਉਹ ਨਹੀਂ ਚਾਹੁੰਦੇ ਕਿ ਸਾਨੂੰ ਕੋਈ ਵੀ ਚੀਜ਼ ਜਿਹੜੀ ਫ੍ਰੀ ਮਿਲੇ। ਠੀਕ ਹੈ, ਲੋਕ ਚਾਹੁੰਦੇ ਆ ਉਹਨਾਂ ਨੂੰ ਰੁਜ਼ਗਾਰ ਮਿਲੇ, ਉਹਨਾਂ ਨੂੰ ਕੰਮ ਮਿਲੇ, ਉਹ ਕਮਾ ਕੇ ਤੇ ਆਪਣਾ ਉਹ ਬਿੱਲ ਵੀ ਭਰ ਸਕਦੇ ਆ ਤੇ ਉਹ ਹੋਰ ਵੀ ਜਿਹੜਾ ਸ਼ਾਪਿੰਗ ਵਗੈਰਾ ਸਾਰੀ ਕਰ ਸਕਦੇ ਆ। ਸੋ ਇਸ ਕਰਕੇ ਇਹ ਕਿਸੇ ਵੀ ਵਰਗ ਦੀ ਜਿਹੜੀ ਹੈ ਉਹ ਮੰਗ ਨਹੀਂ ਹੈ ਕਿ ਸਾਨੂੰ 300 ਯੂਨਿਟ ਦੀ ਫ੍ਰੀ ਦਿਓ ਬਿਜਲੀ। ਹਾਂ, ਉਹਨਾਂ ਵਰਗਾਂ ਨੂੰ ਦੇਣੀ ਚਾਹੀਦੀ ਹੈ ਜਿਹੜੇ ਬਿਲਕੁਲ ਹੀ ਮਤਲਬ ਬਹੁਤ ਜ਼ਿਆਦਾ ਗਰੀਬ ਹੈ, ਕੋਈ ਬੰਦਾ ਕਮਾ ਨਹੀਂ ਸਕਦਾ, ਕੋਈ ਅਪੰਗ ਹੈ ਜਾਂ ਕਿਸੇ ਨੂੰ ਦਿਸਦਾ ਨਹੀਂ, ਕਿਸੇ ਦੇ ਹੱਥ ਪੈਰ ਹੈ ਨਹੀਂ, ਉਹਨਾਂ ਲੋਕਾਂ ਨੂੰ ਜ਼ਰੂਰ ਆ ਇਹਦੀ ਸੁਵਿਧਾ ਜਿਹੜੀ ਦੇਣੀ ਚਾਹੀਦੀ ਹੈ। ਪਰ ਜੋ ਇਸ ਵੇਲੇ ਬਿਜਲੀ ਬੋਰਡ ਦੇ ਹਾਲਾਤ ਹੈ ਔਰ ਜਿੰਨੇ ਜਿਹੜੇ ਵਿੱਤੀ ਕ੍ਰਾਈਸਿਸ ਦੇ ਵਿੱਚੋਂ ਇਹ ਬਿਜਲੀ ਬੋਰਡ ਲੰਘ ਰਿਹਾ ਹੈਗਾ, ਉਸ ਅਨੁਸਾਰ ਹੁਣ ਜਿਹੜੀ ਹੈ ਇਹ ਹਜੇ ਐਡੀ ਕਾਹਲ ਕਰਨ ਦੀ ਲੋੜ ਨਹੀਂ ਸੀ ਸਰਕਾਰ ਨੂੰ, ਕਿਉਂਕਿ ਕੋਈ ਵੀ ਜਿਹੜਾ ਹੈ ਆਮ ਵਰਗ, ਮੈਂ ਜਿਵੇਂ ਪਹਿਲਾਂ ਕਿਹਾ ਕਿ ਕੋਈ ਵੀ ਫ੍ਰੀ ਬਿਜਲੀ ਨਹੀਂ ਮੰਗਦਾ, ਸਿਰਫ ਵਿਰੋਧੀ ਰੌਲਾ ਪਾਉਂਦੇ ਆ ਤੇ ਵਿਰੋਧੀਆਂ ਨੇ ਰੌਲਾ ਪਾਈ ਜਾਣਾ। ਮੈਂ ਤਾਂ ਭਗਵੰਤ ਮਾਨ ਸਰਕਾਰ ਨੂੰ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਵਿਰੋਧੀਆਂ ਤੋਂ ਨਾ ਡਰੋ। ਤੁਸੀਂ ਕਿਹੜਾ 6 ਮਹੀਨਿਆਂ ਵਾਸਤੇ ਬਣੇ ਹੋ ਜਾਂ ਤੁਸੀਂ 4 ਮਹੀਨਿਆਂ ਵਾਸਤੇ ਸਰਕਾਰ ਬਣੀ ਆ, ਤੁਹਾਡੇ ਕੋਲੇ 5 ਸਾਲ ਦਾ ਸਮਾਂ ਔਰ ਬੜਾ ਲੰਬਾ ਸਮਾਂ ਜਿਹੜੇ ਤੁਸੀਂ ਗਰੰਟੀਆਂ ਪੂਰੀਆਂ ਕਰ ਸਕਦੇ ਹੋ। ਪਹਿਲਾਂ ਖਜ਼ਾਨੇ ਦੀ ਹਾਲਤ ਹੈ ਜਿਹੜੀ ਉਹ ਸੁਧਾਰੋ। ਬਿਜਲੀ ਬੋਰਡ ਦਾ ਇਸ ਸਮੇਂ ਹਾਲ ਕੀ ਹੈ? ਬਿਜਲੀ ਬੋਰਡ ਦੇ ਹਾਲ ਬਾਰੇ ਥੋੜਾ ਵਿਆਖਿਆ ਪੂਰਨ ਕਰ ਦਿਓ। ਬਿਜਲੀ ਬੋਰਡ ਦਾ ਹਾਲ ਤੁਹਾਨੂੰ ਪਤਾ ਹੀ ਹੈ ਜੀ, ਜਿਹੜੀ ਹੁਣ ਐਸਸੀ ਬੀਸੀ ਤਾਂ ਜਾਂ ਜਾਤੀ ਘਲਾਟੀਆਂ ਨੂੰ ਜਿਹੜੀ ਸਬਸਿਡੀ ਜਾਂਦੀ ਹੈ, ਜਿਹੜੀ ਖੇਤੀ ਸੈਕਟਰ ਨੂੰ ਸਬਸਿਡੀ ਜਾਂਦੀ ਹੈ, ਉਹਦਾ ਤਾਂ 9,000 ਕਰੋੜ ਦੇ ਲਗਭਗ ਰੁਪਈਆ ਜਿਹੜਾ ਉਹ ਜਿਹੜਾ ਹੈ ਸਰਕਾਰ ਵੱਲ ਖੜਾ ਹੈ। ਇਸ ਤੋਂ ਇਲਾਵਾ ਜਿਹੜੇ ਸਰਕਾਰੀ ਅਦਾਰੇ ਹੈ ਜਿੰਨੇ ਉਹਨਾਂ ਦੇ ਵੱਲ 2,200 ਕਰੋੜ ਰੁਪਈਆ ਜਿਹੜਾ ਸਾਡੀ ਜਿਹੜੇ ਬਿਜਲੀ ਦੇ ਬਿੱਲ ਹੈ ਜਿਹੜੇ ਉਹ ਭਰ ਨਹੀਂ ਰਹੇ, ਚਾਹੇ ਉਹ ਸਕੂਲ ਹੈ, ਚਾਹੇ ਉਹ ਡੀਸੀ ਦਫ਼ਤਰ ਹੈ, ਚਾਹੇ ਉਹ ਪੁਲਿਸ ਦੇ ਥਾਣੇ ਹੈ, ਚਾਹੇ ਕੋਈ ਵੀ ਹੈ। ਸੋ ਇਸ ਕਰਕੇ ਪਹਿਲਾਂ ਜਿਹੜੀ ਹੈ ਪੰਜਾਬ ਦੇ ਖਜ਼ਾਨੇ ਦੀ ਵਿੱਤੀ ਹਾਲਤ ਜਿਹੜੀ ਹੈ ਉਹ ਸੁਧਾਰਨੀ ਚਾਹੀਦੀ ਹੈ, ਨਾ ਕਿ ਸਰਕਾਰ ਨੂੰ ਜਿਹੜੀ ਏਡੀ ਕਾਹਲੀ ਕਰਨੀ ਚਾਹੀਦੀ ਹੈ ਕਿ ਗਰੰਟੀਆਂ ਅਸੀਂ ਹੁਣੇ ਪੂਰੀਆਂ ਕਰ ਰਹੇ ਹਾਂ। ਔਰ ਕੋਈ ਵੀ ਔਰਤ ਹੈ ਜਿਹੜੀ ਉਹ 1,000 ਰੁਪਇਆ ਨਹੀਂ ਮੰਗਦੀ। ਜਿਹੜੇ ਬੰਦੇ ਮੁਲਾਜ਼ਮ ਹੈ ਜਾਂ ਪੈਨਸ਼ਨਰ ਹੈ, ਅਸੀਂ ਕਹਿੰਦੇ ਆ ਕਿ ਤੁਸੀਂ ਸਾਡੇ ਜਿਹੜੇ ਬਕਾਏ ਆ ਸਾਨੂੰ ਦਿਓ, ਅਸੀਂ ਬਿੱਲ ਆਪੇ ਭਰਾਂਗੇ, ਸਾਨੂੰ ਕਿਉਂ ਤੁਸੀਂ ਭਿਖਾਰੀ ਬਣਾਉਣੇ ਹੋ, ਕਿਉਂ ਸਾਨੂੰ ਮੰਗਤੇ ਬਣਾਉਣੇ ਹੋ ਧੱਕੇ ਦੇ ਨਾਲ। ਸੋ ਇਸ ਕਰਕੇ ਸਰਕਾਰ ਨੂੰ ਆਪਣੇ ਫੈਸਲੇ ਤੇ ਨਜ਼ਰਸ਼ਾਨੀ ਕਰਨੀ ਚਾਹੀਦੀ ਹੈ ਔਰ ਜਿਹੜੀ ਬਿਜਲੀ ਬੋਰਡ ਦੀ ਹਾਲਤ ਹੈ ਜਾਂ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਹਾਲਤ ਪਹਿਲਾਂ ਉਹਦਾ ਸੁਧਾਰ ਕਰਨਾ ਚਾਹੀਦਾ। ਬੜਾ ਲੰਮਾ ਸਮਾਂ ਇਹਨਾਂ ਕੋਲੇ ਗਰੰਟੀਆਂ ਪੂਰੀਆਂ ਕਰਨ ਵਾਸਤੇ। ਸੰਧੂ ਸਾਹਿਬ, ਇੱਕ ਸਵਾਲ ਹੋਰ ਕਰ ਲੈਣਾ ਚਾਹੁੰਦਾ ਹੈ। ਜਿਹੜੇ ਵੱਡੇ ਘਰਾਣੇ ਸੀ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਚਰਚਾ ਦੇ ਵਿੱਚ ਰੱਖਿਆ ਜਾਂਦਾ ਸੀ ਕਿ ਉਹਨਾਂ ਦੇ ਵੱਲੋਂ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਕਿ ਉਹਨਾਂ ਵੱਲੋਂ ਬਿੱਲ ਵਗੈਰਾ ਭਰੇ ਗਏ ਨਾ, ਜਾਂ ਅਜੇ ਵੀ ਉਹਨਾਂ ਵੱਲੋਂ ਕਾਮਾ ਰੌਲੀ ਪਾਈ ਹੋਈ ਹੈ? ਨਹੀਂ ਜੀ, ਹਜੇ ਪਹਿਲੀ ਗੱਲ ਤਾਂ ਇਹ ਹੈ ਵੀ ਕਿਸੇ ਵੀ ਵੱਡੇ ਘਰਾਣੇ ਨੇ ਜਿਹੜੀ ਖੇਤੀਬਾੜੀ ਵਾਸਤੇ ਸਬਸਿਡੀ ਆ ਉਹ ਛੱਡੀ ਨਹੀਂ ਹੈ ਫ੍ਰੀ ਬਿਜਲੀ ਵਾਲੀ।
ਦੱਸੋ ਕਿਹਨੇ ਛੱਡੀ ਹੈ। ਔਰ ਨਾ ਹੀ ਮਤਲਬ ਜਿਹੜੇ ਆ ਲੋਕਾਂ ਨੇ ਕੋਈ ਬਿੱਲ ਭਰੇ ਆ ਜਿਨ੍ਹਾਂ ਨੇ ਬਕਾਏ ਪਏ ਆ। ਔਰ ਜਿੰਨਾ ਚਿਰ ਸਰਕਾਰ ਸਖਤੀ ਨਹੀਂ ਕਰਦੀ ਔਰ ਇਹਨਾਂ ਦੀ ਡਿਮਾਰਕੇਸ਼ਨ ਨਹੀਂ ਕਰਦੀ ਵੀ ਕਿਹੜੇ ਲੋਕ ਆ ਜਿਹੜੇ ਖੇਤੀ ਦੇ ਬਿਜਲੀ ਦੇ ਬਿੱਲ ਭਰ ਸਕਦੇ ਆ, ਜਿਹੜਾ 100 ਏਕੜ ਦਾ ਮਾਲਕ ਆ, 50 ਏਕੜ ਦਾ ਮਾਲਕ ਆ, ਕਿਉਂ ਨਹੀਂ ਬਿੱਲ ਭਰ ਸਕਦਾ ਉਹ। ਸੋ ਇਸ ਕਰਕੇ ਇਹ ਸਾਰੀ ਸਰਕਾਰ ਨੂੰ ਦੁਬਾਰੇ ਰਿਵਿਊ ਕਰਨਾ ਪਊਗਾ। ਐ ਨਹੀਂ ਹੈ ਵੀ ਜਿਹੜੀ ਲੀਹ ਪਹਿਲਾਂ ਪਈ ਹੋਈ ਆ ਉਸੇ ਲੀਹ ਦੇ ਵਿੱਚ ਗੱਡੀ ਤੁਰੀ ਜਾਵਾਂਗੇ। ਇਹਨੂੰ ਸਰਕਾਰ ਨੂੰ ਨਵੀਂ ਲੀਹ ਬਣਾਉਣੀ ਪਊਗੀ ਆਪਦੀ। ਔਰ ਜਿੰਨਾ ਚਿਰ ਨਵੀਂ ਲੀਹ ਬਣਾ ਕੇ ਨਹੀਂ ਤੁਰਦੇ ਉਹਨਾਂ ਚਿਰ ਬਦਲਾਅ ਨਹੀਂ ਆਉਣਾ। ਇਹ ਪੁਰਾਣੀਆਂ ਲੀਹਾਂ ਦੇ ਵਿੱਚ ਤਾਂ ਉਹਨਾਂ ਹੀ ਗੱਲਾਂ ਦੇ ਉੱਤੇ ਆਪਾਂ ਤੁਰੇ ਜਾਵਾਂਗੇ ਔਰ ਫਿਰ ਕੋਈ ਬਦਲਾਅ ਨਹੀਂ ਆਉਣਾ, ਕੋਈ ਸੁਧਾਰ ਨਹੀਂ ਹੋਣਾ, ਕੋਈ ਪੰਜਾਬ ਦਾ ਜਿਹੜਾ ਖਜ਼ਾਨਾ ਇਹਦੀ ਹਾਲਤ ਨਹੀਂ ਸੁਧਰਨੀ, ਕੋਈ ਬਿਜਲੀ ਬੋਰਡ ਦੀ ਹਾਲਤ ਨਹੀਂ ਸੁਧਰਨੀ। ਠੀਕ ਹੈ ਚੇਦਾ ਸਾਹਿਬ, ਸਵਾਲ ਤੁਹਾਡੇ ਤੇ ਚੱਕ ਦਿੱਤੇ ਗਏ ਨੇ ਕਿ ਆਮ ਆਦਮੀ ਪਾਰਟੀ ਨੂੰ ਇੰਨੀ ਕਾਹਲ ਨਹੀਂ ਕਰਨੀ ਚਾਹੀਦੀ ਸੀ ਕਿ ਜਿੰਨੀ ਛੇਤੀ ਕਹਿ ਰਹੇ ਹੋ ਕਿ ਗਰੰਟੀਆਂ ਪੂਰੀਆਂ ਕਰਨੀਆਂ। ਤੇ ਦੂਜਾ ਸਵਾਲ ਮੇਰਾ ਵੀ ਹੈ ਕਿ ਜੇਕਰ 300 ਜਾਂ 600 ਯੂਨਿਟ ਦੇ ਜਗ੍ਹਾ ਆਮ ਆਦਮੀ ਪਾਰਟੀ ਬਿਜਲੀ ਯੂਨਿਟ ਦੇ ਵਿੱਚ ਕਟੌਤੀ ਕਰਦੀ ਕਿ ਉਸ ਦੇ ਨਾਲ ਫਾਇਦਾ ਨਾ ਹੁੰਦਾ, ਜਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੀ ਇਹੀ ਚਾਹੁੰਦੀ ਹੈ ਕਿ ਯੂਨਿਟ ਕਟੌਤੀ ਕਰਕੇ ਤਾਂ ਕਿਤੇ ਨਾ ਕਿਤੇ ਬਿੱਲ ਦੇ ਵਿੱਚ ਕਟੌਤੀ ਹੋਵੇਗੀ ਤੇ ਹੁਣ ਜਿਹੜਾ 600 ਤੋਂ ਵੱਧ ਹੈ, ਜਿਹੜਾ ਜਨਰਲ ਵਰਗ ਹੈ, ਉਸਦਾ ਇੱਕ ਵੀ ਯੂਨਿਟ ਵੱਧ ਵਰਤਿਆ ਗਿਆ ਤਾਂ ਉਹਨੂੰ ਬਿਜਲੀ ਪੂਰੀ ਪੇ ਕਰਨੀ ਪਏਗੀ। ਜੀ ਚੇਤਾ ਸਾਹਿਬ ਸੁਣ ਪਾ ਰਹੇ ਹੋ? ਜੀ ਚੇਤਾ ਸਾਹਿਬ, ਨਵਦੀਪ ਜੀ ਸੁਣ ਪਾ ਰਹੇ ਹੋ? ਨਵਦੀਪ ਜੀ ਆਵਾਜ਼ ਆ ਰਹੀ ਹੈ ਮੇਰੀ? ਥੋੜੀ ਆ ਰਹੀ ਹੈ। ਹਾਂਜੀ ਹਾਂਜੀ ਹਾਂ, ਮੈਂ ਸਵਾਲ ਇਹ ਕਰਨਾ ਚਾਹੁੰਦਾ ਹੈ ਕਿ ਗੁਰਸੇਵਕ ਸੰਧੂ ਵੱਲੋਂ ਸਵਾਲ ਚੁੱਕਿਆ ਗਿਆ ਹੈ ਕਿ ਬਿਜਲੀ ਬੋਰਡ ਦੀ ਜੋ ਵਿੱਤੀ ਹਾਲਤ ਹੈ ਉਸ ਨੂੰ ਵੇਖਦਿਆਂ ਹੋਇਆ ਆਮ ਆਦਮੀ ਪਾਰਟੀ ਨੂੰ ਇਹ ਕਾਹਲ ਨਹੀਂ ਕਰਨੀ ਚਾਹੀਦੀ ਗਰੰਟੀਆਂ ਵਾਲੀ ਜਿਹੜੀ ਬਿਜਲੀ ਬਿੱਲ ਮਾਫ ਕੀਤੇ ਨੇ। ਦੂਜਾ ਮੇਰਾ ਸਵਾਲ ਇਹ ਵੀ ਹੈ ਕਿ ਤੁਸੀਂ ਬਿਜਲੀ ਯੂਨਿਟ ਦੇ ਵਿੱਚ ਕਟੌਤੀ ਕਿਉਂ ਨਹੀਂ ਕੀਤੀ, ਇਸ ਦੀ ਬਜਾਏ ਕਿ ਬਿਜਲੀ ਸਸਤੀ ਜਿਹੜੀ 300 ਤੋਂ 600 ਯੂਨਿਟ ਕੀਤੀ ਹੈ ਉਸ ਦੀ ਬਜਾਏ ਜੇਕਰ ਯੂਨਿਟ ਦੇ ਵਿੱਚ ਸਸਤਾ ਹੁੰਦਾ, ਯੂਨਿਟ ਦੇ ਵਿੱਚ ਕਟੌਤੀ ਹੁੰਦੀ ਤਾਂ ਫਾਇਦਾ ਨਾ ਹੁੰਦਾ ਲੋਕਾਂ ਦਾ। ਦੇਖੋ ਚਰਨਜੀਤ ਜੀ, ਜਿਹੜੀ ਪਹਿਲੀ ਗੱਲ ਅੱਜ ਤੱਕ ਜਰਨਲ ਕੈਟਾਗਰੀ ਨੂੰ ਦੇਖੋ ਕਿਸੇ ਵੀ ਪਾਰਟੀ ਨੇ ਕੋਈ ਜਿਹੜਾ ਹੈ ਕਿਸੇ ਤਰ੍ਹਾਂ ਦਾ ਰਿਲੀਫ ਨਹੀਂ ਦਿੱਤਾ ਸੀਗਾ। ਇਕੱਲੀ ਆਮ ਆਦਮੀ ਪਾਰਟੀ ਜਿਹੀ ਪਾਰਟੀ ਜਿਹਨੇ ਸਾਰੀਆਂ ਕਮਿਊਨਿਟੀਜ਼ ਨੂੰ ਜਿਹੜਾ ਰਿਲੀਫ ਦਿੱਤਾ ਹੈਗਾ। ਦੂਸਰੀ ਗੱਲ ਜਿਹੜੀ ਆਪਾਂ ਗੱਲ ਕਰਦੇ ਆਂ, ਬਿਲਕੁਲ ਜਿਹੜੀਆਂ ਕੈਟਾਗਰੀਜ਼ ਇਸੇ ਤਰੀਕੇ ਨਾਲ ਬਣਾਈਆਂ ਗਈਆਂ ਕਿ ਜਿਹੜੇ ਵਿਚਾਰੇ ਪਰਿਵਾਰ ਹੈ ਜਿਨ੍ਹਾਂ ਦੇ ਘਰ ਆਪਾਂ ਕਹਿੰਦੇ ਕਿ ਰੋਟੀ ਤੱਕ ਨਹੀਂ ਪੱਕਦੀ, ਦੇਖੋ ਉਹਨਾਂ ਨੂੰ ਇਹ ਥੋੜਾ ਜਿਹਾ ਮਿਸਗਾਈਡ ਕਰ ਰਿਹਾ ਕਿ ਹਰ ਕਿਸੇ ਨੂੰ ਨੂੰ ਨਾਲ ਐਡ ਕਰ ਰਹੇ ਆ। ਉਹਨਾਂ ਨੂੰ ਬਿਲਕੁਲ ਇਹ ਗੱਲ ਕਹੀ ਗਈ ਹੈ ਵੀ ਜਿਹੜਾ 600 ਯੂਨਿਟ ਤੋਂ ਉੱਪਰ ਤੁਹਾਡਾ ਜੇ 620 ਯੂਨਿਟ ਆਉਣਗੇ ਤਾਂ 20 ਯੂਨਿਟ ਦਾ ਬਿੱਲ ਹੀ ਉਹ ਪੇ ਕਰਨਗੇ, ਨਾ ਕਿ 620 ਯੂਨਿਟ ਦਾ। ਔਰ ਜਿਹੜਾ ਇਨਸਾਨ ਜਿਹੜਾ ਦੂਸਰੀ ਕੈਟਾਗਰੀ ਜਿਹੜੀ 600 ਯੂਨਿਟ 2 ਮਹੀਨਿਆਂ ਦੀ ਬਿਜਲੀ ਹੈ ਉਹ 600 ਯੂਨਿਟ ਬਾਲ ਕੇ ਉਹਨੂੰ ਫ੍ਰੀ ਹੈ ਬਿਲਕੁਲ। ਜੇ ਉਸ ਤੋਂ ਉੱਪਰ ਵੱਧ ਏਸੀ ਲੱਗਿਆ, ਦੇਖੋ ਜਿਹਦੇ ਘਰੇ ਹੁਣ 3 ਏਸੀ ਜਾਂ 4 ਏਸੀ ਜਾਂ 4 ਬੈਡਰੂਮ ਅਤੇ 4 ਬੈਡਰੂਮ 'ਚ ਏਸੀ ਤਾਂ ਉਹ ਬਿੱਲ ਵੀ ਪੇ ਕਰ ਸਕਦਾ ਗਾ। ਸੋ ਹਰ ਇੱਕ ਤਰੀਕੇ ਨੂੰ ਦੇਖ ਕੇ ਹਰ ਇੱਕ ਗੱਲ ਨੂੰ ਜਿਹੜੀ ਹੈ ਇਹਦੇ ਤੇ ਉੱਪਰ ਪੂਰੀ ਪੜਚੋਲ ਕਰਕੇ ਫਿਰ ਇਹ ਜਿਹੜੀ ਹੈ ਜਿਹੜੀ ਸਕੀਮ ਲਾਗੂ ਕੀਤੀ ਗਈ ਜਿਹਦੇ ਨਾਲ ਜਰਨਲ ਕੈਟਾਗਰੀ ਨੂੰ ਵੀ ਪ੍ਰੋਫਿਟ ਮਿਲੂਗਾ। ਹੁਣ ਇਹਨਾਂ ਦਾ ਇਹ ਤਾਂ ਇੱਕ ਗੱਲ ਕਹਿੰਦੇ ਜੀ ਏਸੀ ਹਰ ਘਰ ਦੇ ਲੱਗਿਆ, ਜਿਹਦੇ ਘਰ ਇੱਕ ਏਸੀ ਲੱਗਿਆ ਪੌਣੇ ਟਨ ਦਾ ਉਹਨੂੰ ਬਿਲਕੁਲ ਮੇਰਾ ਖਿਆਲ ਹੈ ਵੀ 85% ਮੈਂ ਵਾਰ-ਵਾਰ ਕਹਿ ਰਿਹਾ ਕਿ ਲੋਕਾਂ ਨੂੰ ਜਿਹੜੀ ਜ਼ੀਰੋ ਬਿੱਲ ਆਊਗਾ, ਤੁਸੀਂ ਬਿੱਲ ਆਪਾਂ ਨੈਕਸਟ ਡੇਟ ਤੇ ਆਪਾਂ ਦੁਬਾਰਾ ਡਿਬੇਟ ਫਿਰ ਰੱਖ ਲਾਂਗੇ। ਸੋ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਗੁਰਸੇਵਕ ਜੀ ਨੇ ਕਿਹਾ, ਗੁਰਸੇਵਕ ਨੂੰ ਯਾਦ ਹੋਊਗਾ ਇਹਨਾਂ ਨੂੰ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਉਹ ਥਰਮਲ ਪਲਾਂਟ ਤੋੜੇ ਗਏ ਸੀ ਤਾਂ ਇਹਨਾਂ ਨੇ ਵੀ ਉਦੋਂ ਬਹੁਤ ਵਿਰੋਧ ਕੀਤਾ ਸੀਗਾ। ਉਹਨਾਂ ਗੱਲਾਂ ਦੇ ਉੱਪਰ ਸਾਨੂੰ ਜ਼ਿਆਦਾ ਵਿਚਾਰ ਚਰਚਾ ਉਹ ਕਰਨੀ ਚਾਹੀਦੀ ਸੀ। ਅੱਜ ਦੇ ਸਮੇਂ ਦੇ ਵਿੱਚ ਕੀ ਹਾਲਾਤ ਆ ਪੰਜਾਬ ਦੇ, ਜਾਂ ਪੰਜਾਬ ਦੇ ਵਿੱਚ ਗਰੀਬ ਲੋਕਾਂ ਦੇ ਕੀ ਹਾਲਾਤ ਆ, ਜਾਂ ਬਾਗੀ ਲੋਕਾਂ ਦੇ ਕੀ ਹਾਲਾਤ ਆ, ਅਸੀਂ ਹਰ ਇੱਕ ਨੂੰ ਜਿਹੜੀ ਬਰਾਬਰਤਾ ਰੱਖ ਕੇ ਜਿਹੜੀ ਹੈ ਇਹ ਫੈਸਿਲਿਟੀ ਦਿੱਤੀ ਹੈਗੀ। ਠੀਕ ਹੈ ਨਵਦੀਪ ਜੀ, ਸਵਾਲ ਮੇਰਾ ਇੱਕ ਹੋਰ ਹੈ, ਇਸ ਸਵਾਲ ਦੇ ਵਿੱਚ ਤਾਂ ਜਵਾਬ ਦੇ ਦਿਓ ਕਿ ਜਿਹੜਾ ਯੂਨਿਟ ਹੋਏਗਾ ਹੁਣ, ਜਿਹੜਾ ਬਿੱਲ ਪਹਿਲਾਂ 2 ਮਹੀਨੇ ਬਾਅਦ ਟੈਰਿਫ ਹੁੰਦਾ ਸੀ, ਹੁਣ ਤੁਸੀਂ ਪਰ ਮੰਥ ਟੈਰਿਫ ਲਓਗੇ ਜਾਂ 2 ਮਹੀਨੇ ਬਾਅਦ ਹੀ ਟੈਰਿਫ ਲਓਗੇ? ਮੇਰੇ ਕੋਲ ਤੁਹਾਡੀ ਆਵਾਜ਼ ਘੱਟ ਆ ਰਹੀ ਹੈ ਚੰਦੀ ਜੀ। ਮੈਂ ਕਹਿਣਾ ਚਾਹ ਰਿਹਾ ਜੀ ਕਿ ਇਸ ਵਾਰ ਤੁਸੀਂ ਟੈਰਿਫ ਨੂੰ ਚੇਂਜ ਕਰੋਗੇ। ਪਹਿਲਾਂ ਜਿਹੜਾ ਪੰਜਾਬ ਦਾ ਟੈਰਿਫ ਸੀ, ਪੰਜਾਬ ਦੇ ਟੈਰਿਫ ਦੇ ਵਿੱਚ 2 ਮਹੀਨੇ ਬਾਅਦ ਬਿੱਲ ਆਉਂਦਾ ਸੀ। ਦੇਖੋ ਸਰ, ਜਿਹੜੀ ਟੈਰਿਫ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਉੱਪਰ ਵੀ ਵਿਚਾਰ ਚਰਚਾ ਚੱਲ ਰਹੀ। ਸਾਡੀ ਸੀਨੀਅਰ ਲੀਡਰਸ਼ਿਪ ਔਰ ਬਹੁਤ ਸਿਆਣੇ ਜਿਹੜੇ PSPCL ਦੇ ਵੱਡੇ ਜਿਹੜੇ ਅਫਸਰ ਸਾਹਿਬਾਨ ਬੈਠ ਕੇ ਬਿਲਕੁਲ ਗੱਲਬਾਤ ਕਰ ਰਹੇ ਹੈਗੇ। ਔਰ ਇਹ 'ਚ ਬਿਲਕੁਲ ਅਸੀਂ ਟੈਰਿਫ ਤਾਂ ਹੋਵੇ ਨਾ ਜੀ, ਅਸੀਂ ਜੇ ਕੋਈ ਕਹੀਏ ਵੀ ਇਹਦੀ ਕੋਈ ਇਸ ਤਰ੍ਹਾਂ ਸਲੈਬ ਬਣਾਈ ਹੋਵੇ, ਅਸੀਂ ਤਾਂ 600 ਯੂਨਿਟ ਸਿੱਧਾ ਵੀ 300 ਯੂਨਿਟ ਪਰ ਮੰਥ, 2 ਮਹੀਨਿਆਂ ਦਾ 600 ਯੂਨਿਟ। ਸੋ ਟੈਰਿਫ ਉੱਪਰ ਜੇ ਕੋਈ ਵਿਚਾਰ ਚਰਚਾ ਚੱਲ ਰਹੀ ਹੈ ਉਹਦੇ ਉੱਪਰ ਜਿਹੜੀ ਸੀਨੀਅਰ ਸਾਡੇ ਕੋਈ ਲੀਡਰਸ਼ਿਪ ਜਾਂ ਸਾਡੇ ਜਿਹੜੇ PCPCL ਦੇ ਸਿਆਣੇ ਜਿਹੜੇ ਮਾਹਰ ਬੰਦੇ ਆ ਉਹਨਾਂ ਦੇ ਬਿਲਕੁਲ ਉਹਦੇ ਵਿਚਾਰ ਚਰਚਾ ਚੱਲ ਰਹੀ ਹੈ। ਠੀਕ ਹੈ, ਬੀਜੇਪੀ ਦੇ ਅਰੋੜਾ ਸਾਹਿਬ ਸਵਾਲ ਚੁੱਕ ਰਹੇ ਨੇ। ਅਰੋੜਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇਸ ਮਾਮਲੇ ਤੇ? ਚਰਨਜੀਤ ਜੀ, ਆਮ ਆਦਮੀ ਪਾਰਟੀ ਦੇ ਬੁਲਾਰੇ ਨੂੰ ਪਤਾ ਨਹੀਂ ਹੈ 7 ਕਿਲੋਵਾਟ ਤੋਂ ਥੱਲੇ ਦੇ ਜਿਹੜੇ ਬਿੱਲ ਹੈਗੇ ਆ ਉਹਨਾਂ ਦਾ 2 ਮਹੀਨੇ ਦਾ ਟੈਰਿਫ ਆਉਂਦਾ, ਔਰ 7 ਕਿਲੋਵਾਟ ਤੋਂ ਉੱਪਰ ਜਿਨ੍ਹਾਂ ਦਾ ਕਨੈਕਸ਼ਨ ਲੱਗਾ ਹੋਇਆ ਵਾ
ਉਹਦਾ 1 ਮਹੀਨੇ ਬਾਅਦ ਬਿੱਲ ਆਉਂਦਾ। ਇਹ ਮੇਰੀ ਗੱਲ ਨੂੰ ਜੇ ਮੈਂ ਕਿਤੇ ਗਲਤ ਹੋਵਾਂ ਤੇ ਗੁਰਸੇਵਕ ਸੰਧੂ ਜੀ ਉਹਨੂੰ ਦਰੁਸਤ ਕਰ ਸਕਦੇ ਆ। ਜੋ ਮੇਰੀ ਜਾਣਕਾਰੀ 'ਚ ਹੈ, ਠੀਕ ਹੈ, 7 ਕਿਲੋਵਾਟ ਜਿਨ੍ਹਾਂ ਦੇ ਥੱਲੇ ਦੇ ਕਨੈਕਸ਼ਨ ਹੈ ਉਹਨਾਂ ਨੂੰ 2 ਮਹੀਨੇ ਦਾ ਬਿੱਲ ਆਉਂਦਾ ਵਾ। 7 ਕਿਲੋਵਾਟ ਤੋਂ ਉੱਪਰ ਦੇ ਜਿਨ੍ਹਾਂ ਦੇ ਕਨੈਕਸ਼ਨ ਹੈ, ਘਰੇਲੂ ਕਨੈਕਸ਼ਨ, ਉਹਨਾਂ ਨੂੰ 1 ਮਹੀਨੇ ਦਾ ਬਿੱਲ ਆਉਂਦਾ। ਔਰ ਕਮਰਸ਼ੀਅਲ ਜਿਹੜੇ ਕਨੈਕਸ਼ਨ ਆ ਉਹ ਆਉਂਦੇ ਹੀ 1 ਮਹੀਨੇ ਬਾਅਦ। ਸੋ ਗੱਲ ਇਹ ਹੈ ਕਿ ਇਹਨਾਂ ਦੀ ਆਪਣੀਆਂ ਗੱਲਾਂ ਦੇ ਵਿੱਚ ਬੜੀ ਕੰਟਰਾਡਿਕਸ਼ਨ ਹੈ। ਇੱਕ ਪਾਸੇ ਕਹੀ ਜਾਂਦੇ 85% ਲੋਕਾਂ ਨੂੰ ਫਾਇਦਾ ਹੋਏਗਾ, ਦੂਜੇ ਪਾਸੇ ਕਹੀ ਜਾਂਦੇ ਜਿਨ੍ਹਾਂ ਦੇ ਘਰ 'ਚ ਏਸੀ ਲੱਗਾ ਉਹ ਬਿੱਲ ਵੀ ਪੇ ਕਰ ਸਕਦਾ। ਉਹ ਭਾਈ ਫਿਰ ਫਾਇਦਾ ਕਿਹਨੂੰ ਹੋਊਗਾ? ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਫਾਇਦਾ ਹੋ ਰਿਹਾ, ਜਿਹੜੇ ਲੋਕ ਰੋਟੀ ਤੇ ਪਾਣੀ ਤੋਂ ਮੁਤਾਜ ਹੈਗੇ ਆ, ਉਹ ਭਾਈ ਉਹ ਰੋਟੀ ਪਾਣੀ ਤੋਂ ਜਿਹੜੇ ਮੁਤਾਜ ਆ ਉਹ ਸਿਰਫ 15% ਹੈ। ਤੁਸੀਂ 85% ਨੂੰ ਰੋਟੀ ਪਾਣੀ ਤੋਂ ਮੁਤਾਜ ਬਣਾਈ ਜਾਂਦੇ ਹੋ। ਸੋ ਤੁਹਾਡੀਆਂ ਆਪਣੀਆਂ ਗੱਲਾਂ 'ਚ ਕੰਟਰਾਡਿਕਸ਼ਨ ਹੈ। ਤੁਸੀਂ ਚਰਨਜੀਤ ਜੀ ਇਹਨਾਂ ਦੇ ਗਰੰਟੀ ਫਾਰਮ ਇਹਨਾਂ ਨੇ ਭਰਵਾਏ ਸੀ ਇਲੈਕਸ਼ਨ ਤੋਂ ਪਹਿਲੇ ਜੀ, ਤੁਸੀਂ ਗਰੰਟੀ ਫਾਰਮ ਇਹਨਾਂ ਦਾ ਆਨਲਾਈਨ ਚੈੱਕ ਕਰ ਲਓ, ਕਿਤੇ ਨਹੀਂ ਟਰਮਸ ਕੰਡੀਸ਼ਨ ਲਿਖੀਆਂ ਹੋਈਆਂ, ਸਬਜੈਕਟ ਟੂ ਕੰਡੀਸ਼ਨ ਕਿਤੇ ਨਹੀਂ ਲਿਖਿਆ ਹੋਇਆ। ਬਿਲਕੁਲ ਉੱਥੇ ਗਰੰਟੀ ਫਾਰਮ ਤੇ ਇਹਨਾਂ ਨੇ ਲਿਖਿਆ ਜੀ 300 ਯੂਨਿਟ ਮੁਫਤ ਬਿਜਲੀ ਸਾਰਿਆਂ ਵਾਸਤੇ। ਇਹਨਾਂ ਨੂੰ ਪੁੱਛੋ ਕਿੱਥੇ ਲਿਖਿਆ ਕਿ 300 ਦਾ 301 ਹੋ ਜਾਊਗਾ ਪਰ ਪ੍ਰਤੀ ਮਹੀਨਾ। ਪਰ ਚੋਣਾਂ ਤੋਂ ਪਹਿਲਾਂ ਅਰੋੜਾ ਸਾਹਿਬ ਇਹ ਸਵਾਲ ਅਸੀਂ ਪੱਤਰਕਾਰ ਭਾਈਚਾਰੇ ਨੇ ਪੁੱਛਿਆ ਸੀ, ਚੋਣਾਂ ਤੋਂ ਪਹਿਲਾਂ ਪੁੱਛਿਆ ਸੀ ਕਿ 300 ਯੂਨਿਟ ਹੋਏਗਾ ਜਾਂ 301 ਹੋਏਗਾ, ਤਾਂ ਅਰਵਿੰਦ ਕੇਜਰੀਵਾਲ ਵੱਲੋਂ ਇਸ ਗੱਲ ਦਾ ਜਵਾਬ ਦਿੱਤਾ ਗਿਆ ਸੀ। ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਸੀ, ਮੈਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਸੀ। ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜੇ 1 ਯੂਨਿਟ ਵੱਧ ਫੂਕਿਆ ਜਾਂਦਾ ਹੈ ਤਾਂ ਉਸ ਤੇ ਕੰਡੀਸ਼ਨ ਲੱਗੇਗੀ, ਬਿੱਲ ਪੂਰਾ ਭਰਨਾ ਹੋਵੇਗਾ। ਨਹੀਂ ਜੀ ਨਹੀਂ, ਦੂਸਰੇ ਪਾਸੇ ਭਗਵੰਤ ਮਾਨ ਨੇ ਕੰਟਰਾਡਿਕਟ ਕਰਤਾ ਸੀ, ਇਸ ਚੀਜ਼ ਦਾ ਖੰਡਨ ਕਰਤਾ ਸੀ। ਉਹਨਾਂ ਨੇ ਕਿਹਾ ਜੀ ਸਾਰਿਆਂ ਨੂੰ 300 ਯੂਨਿਟ ਤੋਂ ਵੱਧ ਵੀ ਹੋਏਗਾ ਤੇ 300 ਯੂਨਿਟ ਕੱਟ ਕੇ ਇਹ ਉਹਨੂੰ ਕੰਟਰਾਡਿਕਟ ਬਿਲਕੁਲ ਸੱਚਾਈ ਦੱਸੀ ਸੀ ਔਰ ਅੱਜ ਵੀ ਸੱਚਾਈ ਦੱਸ ਰਹੇ ਆ। ਜਿੰਨੀਆਂ ਗਾਰੰਟੀਆਂ ਦੇ ਉੱਪਰ ਗੱਲਾਂ ਲਿਖੀਆਂ ਹੋਈਆਂ ਇੰਪਲੀਮੈਂਟ ਕੀਤੀਆਂ। ਗੱਲ ਪੂਰੀ ਹੋਣ ਲੈਣ ਦਿਓ ਨਵਦੀਪ ਜੀ, ਮੈਂ ਤੁਹਾਡਾ ਪੱਖ ਤੁਹਾਡੇ ਕੋਲ ਹੀ ਆ ਰਿਹਾ, ਉਹਨਾਂ ਦੀ ਗੱਲ ਪੂਰੀ ਹੋਣ ਦਿਓ। ਪੋਜ਼ਿਟਿਵ ਜ਼ਰੂਰ ਕਹਿ ਦਿਆ ਕਰੋ ਉਹਨੂੰ, ਉਹ ਹਰ ਕੋਈ ਨੈਗੇਟਿਵਿਟੀ ਦਾ ਗੱਲ ਕਰਿਆ। ਨਵਦੀਪ ਜੀ ਗੱਲ ਰੱਖਣ ਦਿਓ, ਮੈਂ ਤੁਹਾਡਾ ਜਵਾਬ ਲਵਾਂਗਾ। ਉਹਨਾਂ ਨੂੰ ਗੱਲ ਰੱਖ ਲੈਣ ਦਿਓ, ਮੈਂ ਤੁਹਾਡੇ ਕੋਲ ਹੀ ਆ ਰਿਹਾ। ਅਰੋੜਾ ਸਾਹਿਬ ਨੂੰ ਗੱਲ ਰੱਖ ਦਿਓ ਜੀ। ਅਰੋੜਾ ਸਾਹਿਬ ਤੁਸੀਂ ਇਹਨਾਂ ਨੂੰ ਕਹੋ ਆਮ ਆਦਮੀ ਪਾਰਟੀ ਦੇ ਬੁਲਾਰੇ ਨੂੰ ਆਪਣਾ ਗਰੰਟੀ ਫਾਰਮ ਲੈ ਆਓ, ਜੋ ਕਹੋਗੇ ਦਿਆਂਗੇ। ਉਹਦੇ ਉੱਪਰ ਕਿਤੇ ਨਹੀਂ ਲਿਖਿਆ 300 ਤੋਂ ਵੱਧ 1 ਯੂਨਿਟ ਹੋਏਗਾ ਪ੍ਰਤੀ ਮਹੀਨਾ ਤੇ ਪੂਰੇ ਚਾਰਜ ਕੀਤੇ ਜਾਣਗੇ, ਕਿਤੇ ਨਹੀਂ ਲਿਖਿਆ। ਦਿੱਲੀ ਦੇ ਵਿੱਚ ਕੀ ਕਰ ਰਹੇ ਆ ਠੱਗੀ? ਦਿੱਲੀ ਦੇ ਵਿੱਚ ਕਮਰਸ਼ੀਅਲ ਜਿਹੜਾ ਵਾ ਉਹ ਘੱਟੋ ਘੱਟ ਲੋਕਾਂ ਨੂੰ 20 ਤੋਂ 25 ਰੁਪਏ ਯੂਨਿਟ ਪੇ ਕਰਨਾ ਪੈ ਰਿਹਾ। ਹੁਣ ਤੁਸੀਂ ਦੇਖ ਲੈਣਾ ਅਗਲੇ ਮਹੀਨੇ ਕਮਰਸ਼ੀਅਲ ਰੇਟ ਜਿਹੜੇ ਆ ਬਿਜਲੀ ਦੇ ਉਹ ਵਧ ਜਾਣੇ ਆ। ਇਹ ਘਾਟਾ ਕਿੱਥੋਂ ਪੂਰਾ ਕਰਨਗੇ? ਕਿਉਂਕਿ ਤੁਹਾਡਾ ਅੱਜ ਦਾ ਟਾਈਟਲ ਆ 11,000 ਕਰੋੜ ਦਾ ਜਿਹੜਾ ਬੋਝ, ਉਹ ਕਿੱਥੋਂ ਪੂਰਾ ਕਰਨਗੇ? ਠੀਕ ਹੈ, ਜਵਾਬ ਲੈ ਲੈਣੇ ਆ। ਹਾਂ, ਜਵਾਬ ਲੈ ਲੈਣੇ ਆ। ਨਵਦੀਪ ਜੀ, ਸਵਾਲ ਇਹ ਉਠਾਇਆ ਗਿਆ ਹੈ ਕਿ ਫਾਰਮ ਜਦੋਂ ਭਰਾਏ ਗਏ ਸੀ ਗਰੰਟੀਆਂ ਦੇ, ਉਸ ਦੇ ਵਿੱਚ ਕਿਤੇ ਵੀ ਟਰਮ ਐਂਡ ਕੰਡੀਸ਼ਨ ਨਹੀਂ ਲਿਖੀ ਗਈ, ਪਰੰਤੂ ਹੁਣ ਟਰਮ ਐਂਡ ਕੰਡੀਸ਼ਨ ਦੇ ਥਰੂ ਤੁਸੀਂ ਬਿਜਲੀ ਦੇ ਰਹੇ ਹੋ। ਇਹ ਸਵਾਲ ਹੈ। ਦੇਖੋ ਚਰਨਜੀਤ ਜੀ, ਜਿਹੜੇ ਫਾਰਮ ਭਰੇ ਗਏ ਸੀ, ਫਾਰਮ ਦੇ ਜਿਹੜੇ ਡਿਸਟ੍ਰੀਬਿਊਸ਼ਨ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਦੁਆਰਾ ਕੀਤੇ ਗਏ। ਉਹ ਸਾਡੀ, ਤੁਸੀਂ ਤਾਂ ਆਪ ਕਹਿ ਰਹੇ ਹੋ ਸਾਡੀ ਲੀਡਰਸ਼ਿਪ ਨੇ ਕਿੱਥੇ ਝੂਠ ਬੋਲਿਆ। ਮੈਂ ਦੂਸਰੀ ਨੇ ਦਿੱਲੀ ਦੀ ਗੱਲ ਕੀਤੀ ਹੈ ਕਿ ਉੱਥੇ ਦੀ ਕਮਰਸ਼ੀਅਲ ਤੋਂ 25 ਤੋਂ 30 ਰੁਪਏ ਯੂਨਿਟ। ਫਿਰ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਉਹ ਤੀਜੀ ਵਾਰ ਸਰਕਾਰ ਕਿਵੇਂ ਆ ਗਈ ਸਰ ਸਾਡੀ ਉੱਥੇ, ਜੇ ਕੋਈ ਝੂਠ ਬੋਲਿਆ ਹੁੰਦਾ। ਸੋ ਲੋਕ ਬਹੁਤ ਸਿਆਣੇ ਆ ਅਰੋੜਾ ਸਾਹਿਬ, ਲੋਕ ਸਾਰੀਆਂ ਗੱਲਾਂ ਸਮਝਦੇ ਹੈਗੇ। ਕੋਈ ਕਦੇ ਝੂਠ ਨਹੀਂ ਬੋਲਿਆ, ਨਾ ਮਾਨ ਸਾਹਿਬ ਨੇ ਇਸ ਉੱਪਰ ਝੂਠ ਬੋਲਿਆ, ਨਾ ਕੇਜਰੀਵਾਲ ਸਾਹਿਬ ਨੇ ਝੂਠ ਬੋਲਿਆ। ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਤੁਹਾਨੂੰ ਪੋਜ਼ਿਟਿਵ ਗੱਲ ਕਰਨੀ ਚਾਹੀਦੀ ਹੈ। ਔਰ ਜਿਹੜੇ ਪੰਜਾਬ ਦੇ 85% ਲੋਕ ਜਿਨ੍ਹਾਂ ਨੂੰ ਕੋਈ ਜ਼ੀਰੋ ਬਿੱਲ ਆਏਗਾ, ਉਹਨਾਂ ਵਾਸਤੇ ਤੁਹਾਨੂੰ ਹਾਂ ਦਾ ਨਾਰਾ ਮਾਰਨਾ ਚਾਹੀਦਾ ਹੈ। ਨਹੀਂ ਤਾਂ ਲੋਕ ਤੁਹਾਨੂੰ ਕਦੇ ਮਾਫ ਨਹੀਂ ਕਰਨਗੇ ਕਿ ਤੁਸੀਂ ਪੋਜ਼ਿਟਿਵ ਗੱਲ ਨੂੰ ਨੈਗੇਟਿਵ ਕਰਦੇ ਹੋ। ਔਰ ਤੁਸੀਂ ਜਿਹੜੇ ਟਰਮਸ ਕੰਡੀਸ਼ਨ ਦੀ ਗੱਲ ਕਰਦੇ ਹੋ, ਕਿਤੇ ਇਹ ਗੱਲ ਵੀ ਨਹੀਂ ਲਿਖੀ ਗਈ ਕਿ ਤੁਸੀਂ ਮੈਨੂੰ ਦਿਖਾ ਦਿਓ ਉਹਦੇ ਉੱਪਰ ਕਿ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਵੀ ਇਹ ਤਾਂ ਜੀ ਆਹ ਕਰ ਰਹੇ ਤਾਂ ਕਰ ਰਿਹਾ। ਉਹ ਸਿੰਪਲ ਜਿਹੜੀ ਬਿਜਲੀ ਬਾਰੇ ਲਿਖਿਆ ਗਿਆ ਕਿ 24 ਘੰਟੇ ਬਿਜਲੀ ਦਿੱਤੀ ਜਾਊਗੀ ਔਰ ਉਹ ਜਿਹੜੀ ਹੈਗੀਆਂ ਉਹਦੀਆਂ 600 ਯੂਨਿਟ ਫ੍ਰੀ ਦਿੱਤੀ ਜਾਊਗੀ। ਉਹਦੇ ਉੱਪਰ ਵੀ ਕਦੇ ਝੂਠ ਵਾਲੀ ਗੱਲ ਕੋਈ ਨਹੀਂ ਲਿਖੀ ਗਈ। ਤੁਸੀਂ ਮੈਨੂੰ ਪੜ੍ਹ ਕੇ ਸੁਣਾ ਦਿਓ ਕਦੇ ਝੂਠੀ ਗੱਲ ਲਿਖੀ ਹੈ ਤਾਂ। ਠੀਕ ਹੈ ਨਵਦੀਪ ਜੀ, ਨੈਗੇਟਿਵ ਨਾ ਕਰੋ। ਜਿਹੜੀ ਚੰਗੀ ਗੱਲ ਹੈ ਸਰਕਾਰ ਨੇ ਕੀਤੀ ਹੈ ਉਹਨੂੰ ਉਹਦੇ ਤੇ ਸ਼ਾਬਾਸ਼ ਜ਼ਰੂਰ ਦਿਆ ਕਰੋ। ਹਾਂ ਨਵਦੀਪ ਜੀ, ਇੱਕ ਸਵਾਲ ਮੈਂ ਹੋਰ ਕਰ ਲੈਣਾ ਚਾਹੁੰਦਾ ਹੈ ਕਿ ਪੀਪੀ ਐਗਰੀਮੈਂਟ ਕਦੋਂ ਰੱਦ ਹੋ ਰਹੇ ਨੇ, ਜਾਂ ਕਿਤੇ ਨਾ ਕਿਤੇ ਜਿਸ ਤਰ੍ਹਾਂ ਕੁਝ ਐਮਐਲਏਜ਼ ਬਾਹਰ ਆਫ ਦੀ ਰਿਕਾਰਡ ਇਹ ਗੱਲ ਕਹਿੰਦੇ ਸੁਣੇ ਨੇ ਕਿ ਪੀਪੀਏ ਰੱਦ ਹੋ ਨਹੀਂ ਸਕਦੇ। ਨਹੀਂ ਚਰਨਜੀਤ ਦੀ ਇਹ ਗੱਲ ਨਹੀਂ ਗੀ। ਦੇਖੋ ਮੈਂ ਪਹਿਲਾਂ ਕਹਿ ਚੁੱਕਿਆ ਕਿ ਜਿਹੜੇ ਸਰਕਾਰੀ ਸਾਡੇ ਸੋਰਸਸ ਸੀਗੇ ਬਿਜਲੀ ਨੂੰ ਬਣਾਉਣ ਦੇ, ਉਹ ਇਹਨਾਂ ਨੇ ਡਿਸਮੈਂਟਲ ਕਰਤੇ, ਖਤਮ ਕਰਤੇ। ਉਹਨਾਂ ਸਕ੍ਰੈਪ ਵਗੈਰਾ ਵੀ ਬਿਲਕੁਲ ਸਾਰਾ ਕੁਝ ਡਿਸਮੈਂਟਲ ਕਰਤਾ।
ਔਰ ਜਿਹੜੇ ਪ੍ਰਾਈਵੇਟ ਜਿਹੜੇ ਪਾਵਰ ਪਲਾਂਟ ਸੀ ਉਹਨਾਂ ਤੋਂ ਬਿਜਲੀ ਲੈ ਰਿਹਾ। ਜੇ ਯਕਦਮ ਆਪਾਂ ਉਹਨਾਂ ਨੂੰ ਰੱਦ ਕਰਾਂਗੇ ਤਾਂ ਬਿਜਲੀ ਫਿਰ ਆਊ ਕਿੱਥੋਂ? ਸਾਨੂੰ ਟਾਈਮ ਦਿਓ, ਸੋਰਸਸ ਪੈਦਾ ਕਰਾਂਗੇ ਹੌਲੀ ਹੌਲੀ। ਜਿਹੜੇ ਸਰਕਾਰੀ, ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਸਰਕਾਰੀ ਬੱਸਾਂ ਚਲਾਈਆਂ, PRTC ਪੈਪਸੂ ਟਰਾਂਸਪੋਰਟ ਫਿਰਦੀਆਂ ਸੜਕਾਂ ਤੇ, ਪ੍ਰਾਈਵੇਟ ਬੰਦ ਕੀਤੀਆਂ। ਇਸੇ ਤਰੀਕੇ ਦੇ ਨਾਲ PPE ਬਹੁਤ ਜਲਦੀ ਸਮਾਂ ਆਉਣ ਦੇ ਨਾਲ ਸਭ ਕੁਝ ਕਰਾਂਗੇ ਚਰਨਜੀਤ ਜੀ, ਉਹ ਵੀ ਰੱਦ ਕਰਾਂਗੇ। ਠੀਕ ਹੈ, ਕਾਂਗਰਸ ਦੇ ਪ੍ਰਵਕਤਾ ਤੋਂ ਮੈਂ ਸਵਾਲ ਪੁੱਛ ਲੈਣਾ ਚਾਹੁੰਦਾ। ਬਿਕਰਮ ਜੀ, ਸਵਾਲ ਇਹ ਖੜਾ ਹੁੰਦਾ, ਨਵਜੋਤ ਸਿੰਘ ਸਿੱਧੂ ਹਮੇਸ਼ਾ ਕਹਿੰਦੇ ਸੀ ਕਿ 25-75 ਦੀ ਰੇਸ਼ੋ ਹੈ, ਉਹ ਰੇਸ਼ੋ PPE ਐਗਰੀਮੈਂਟ ਦੇ ਵਿੱਚ ਵੀ ਸੀ। ਜੀ ਦੇਖੋ, ਜੋ ਨਵਜੋਤ ਸਿੰਘ ਸਿੱਧੂ ਜੀ ਦਾ ਬਿਆਨ ਸੀਗਾ, ਉਹਨਾਂ ਨੇ ਉਦੋਂ ਮੌਕੇ ਦੇ ਸਮੇਂ ਨਾਲ ਜੋ ਉਹਨਾਂ ਨੂੰ ਲੱਗਿਆ ਉਹਨਾਂ ਨੇ ਉਹ ਬਿਆਨ ਦਿੱਤਾ, ਠੀਕ ਹੈ। ਪਰ ਸਹਿਮਤੀ ਪ੍ਰਗਟ ਕਰਦੇ ਹੋ ਉਸ ਬਿਆਨ ਦੇ ਨਾਲ? ਨਹੀਂ, ਮੈਂ ਉਹਨਾਂ ਨਾਲ ਸਹਿਮਤੀ ਪ੍ਰਗਟ ਨਹੀਂ ਕਰਦਾ, ਕਿਉਂਕਿ ਬਿਨਾਂ ਕਿਸੇ ਵੀ ਚੀਜ਼ ਨੂੰ ਘੋਖੇ ਪਰਖੇ ਤੋਂ ਬਿਨਾਂ ਕੋਈ ਵੀ ਬਿਆਨ ਦੇਣਾ ਉਚਿਤ ਨਹੀਂ ਹੁੰਦਾ। ਸੋ ਮੈਂ ਵੀ ਉਹਨਾਂ ਨਾਲ ਕਿਸੇ ਤਰੀਕੇ ਨਾਲ ਸਹਿਮਤੀ ਪ੍ਰਗਟ ਨਹੀਂ ਕਰ ਸਕਦਾ, ਕਿਉਂਕਿ ਮੈਨੂੰ 100% ਮੈਂ ਸ਼ੋਰ ਨਹੀਂ ਮੈਂ ਕਿਸ ਤਰੀਕੇ ਨਾਲ ਉਹਨਾਂ ਨਾਲ ਸਹਿਮਤੀ ਪ੍ਰਗਟ ਕਰ ਸਕਦਾ। ਮੈਂ ਤਾਂ ਇੱਕ ਗੱਲ ਸਾਡੇ ਆਪ ਦੇ ਪ੍ਰਵਕਤਾ ਨੂੰ ਕਹਿਣਾ ਚਾਹੁੰਦਾ, ਠੀਕ ਹੈ, ਇਹਨਾਂ ਨੇ 600 ਯੂਨਿਟ ਫ੍ਰੀ ਤਾਂ ਕਰਤੀ, ਪਰ ਇੱਕ ਘਰ ਦੇ ਵਿੱਚ ਕਈ ਵਾਰ ਹੁਣ 3-3 ਪਰਿਵਾਰ ਰਹਿ ਰਹੇ ਆ, 3 ਬ੍ਰਦਰ, 2 ਬ੍ਰਦਰ, 1 ਮਾਂ ਬਾਪ। ਹੁਣ ਲੰਬੀਆਂ ਲਾਈਨਾਂ ਲੱਗਦੀਆਂ ਬਿਜਲੀ ਘਰਾਂ ਦੇ ਵਿੱਚ ਜਾ ਕੇ ਵੀ, ਚਲੋ ਤੁਸੀਂ 600 ਤੋਂ ਉੱਪਰ ਇੱਕ ਜੇ ਹੋ ਗਿਆ ਤਾਂ ਤੁਸੀਂ ਬਿੱਲ ਲਾਓਗੇ। ਉਹ ਇਹ ਕਹਿ ਰਿਹਾ ਸੀ ਰਹਿ ਅਲੱਗ-ਅਲੱਗ ਰਹੇ ਆ, ਸਾਡੇ ਘਰ ਦੇ ਵਿੱਚ ਰਸੋਈਆਂ ਅਲੱਗ-ਅਲੱਗ, ਸਾਨੂੰ ਇਜਾਜ਼ਤ ਦਿੱਤੀ ਜਾਵੇ ਕਿ ਅਸੀਂ ਮੀਟਰ ਹੀ ਅਲੱਗ-ਅਲੱਗ ਲਵਾ ਲਈਏ। ਪਰ ਇਹ ਸਰਕਾਰ ਨੇ ਇਹ ਵੀ ਪ੍ਰਤੀਬੰਧ ਲਾ ਦਿੱਤਾ ਕਿ ਇੱਕ ਘਰ 'ਚ ਮੀਟਰ ਵੀ ਇੱਕ ਹੀ ਲੱਗੂਗਾ। ਨਹੀਂ ਦੇਖੋ, ਉਹ ਕੰਡੀਸ਼ਨ ਤਾਂ ਮੈਂ ਵੀ ਪੜ੍ਹੀ ਹੈ ਬਿਕਰਮ ਜੀ, ਉਹ ਕੰਡੀਸ਼ਨ ਤਾਂ ਮੈਂ ਵੀ ਪੜ੍ਹੀ ਹੈ। ਉਹ ਕੰਡੀਸ਼ਨ ਇਹ ਹੈ, ਮੈਂ ਪੂਰੀ ਬਰੀਫ ਕਰ ਦੇਣਾ ਚਾਹੁੰਦਾ ਕੰਡੀਸ਼ਨ ਨੂੰ। ਕੰਡੀਸ਼ਨ ਇਹ ਹੈ ਕਿ ਜੇਕਰ ਤੁਹਾਡੇ ਕੋਲ 2 ਫਲੋਰ ਨੇ, ਮੰਨ ਕੇ ਚਲੋ ਤੁਹਾਡੇ 2 ਫਲੋਰ ਨੇ, 2 ਫਲੋਰਾਂ ਦੇ ਵਿੱਚ ਉੱਪਰਲੇ ਫਲੋਰ ਦੇ ਵਿੱਚ ਤੁਸੀਂ ਮੀਟਰ ਸੈਪਰੇਟ ਲਵਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਿਚਨ ਤੇ ਟਾਇਲਟ ਜੋ ਬਾਥਰੂਮ ਹੈ ਉਸ ਦਾ ਕਿਤੇ ਨਾ ਕਿਤੇ ਆਪਣਾ ਦਿਖਾਣਾ ਹੋਏਗਾ ਉਸ ਫਲੋਰ ਦੇ ਵਿੱਚ। ਇਹ ਤਾਂ ਪਹਿਲਾਂ ਵੀ ਚੱਲਦੀ ਆ ਰਹੀ ਹੈ, ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੌਰ ਵਿੱਚ ਵੀ ਇਹੀ ਸੀ। ਫਿਰ ਹੁਣ ਆਮ ਆਦਮੀ ਪਾਰਟੀ ਉਸ ਚੀਜ਼ ਨੂੰ ਕਿਵੇਂ ਸੈਪਰੇਟ ਕਰ ਸਕਦੀ ਹੈ ਨਾ? ਪਰ ਇਸ ਚੀਜ਼ ਦਾ ਜੀ ਜਿਹੜੀ ਜ਼ਮੀਨੀ ਹਕੀਕਤ ਕੁਝ ਹੋਰ ਆ। ਮੈਂ ਖੁਦ ਆਪਣੇ ਵਾਰਡ ਦੇ ਕੁਝ ਵਸਿੰਦਿਆਂ ਨਾਲ ਉੱਥੇ ਜਾ ਕੇ 3 ਵਾਰ ਵਿਜ਼ਿਟ ਕਰ ਚੁੱਕਿਆ, ਪਰ ਜਿਹੜੇ ਉੱਥੋਂ ਦੇ ਆਲਾ ਅਧਿਕਾਰੀ ਨੇ ਜੀ, ਉਹ ਤਾਂ ਕਿਸੇ ਗੱਲ ਤੇ ਨਹੀਂ ਆਉਂਦੇ, ਉਹ ਤਾਂ ਸਿੱਧਾ ਉੱਥੋਂ ਡਿਨਾਈ ਕਰਦੇ ਆ ਵੀ ਸਾਨੂੰ ਉੱਪਰੋਂ ਆਰਡਰਸ ਨੇ, ਜਿਹੜੇ ਘਰ ਦੇ ਵਿੱਚ 1 ਮੀਟਰ ਆ 1 ਹੀ ਚੱਲੂਗਾ। ਹਾਲਾਂਕਿ ਕਈਆਂ ਦੇ ਵਿੱਚ ਜਿਨ੍ਹਾਂ ਦੇ 2-3 ਲੱਗੇ ਹੋਏ ਸੀ ਨਾ, ਉਹ ਕਹਿੰਦੇ ਅਸੀਂ ਉਹਨਾਂ ਦੀ ਵੀ ਤਫਤੀਸ਼ ਕਰਨੀ ਹੈ ਵੀ ਕਿਤੇ ਨਜਾਇਜ਼ ਤਾਂ ਨਹੀਂ ਲੱਗੇ ਹੋਏ, ਅਸੀਂ ਉਹ ਵੀ ਪੱਟ ਕੇ 1 ਹੀ ਕਰ ਦੇਣਾ ਮੀਟਰ। ਨਹੀਂ ਦੇਖੋ, ਉਸ ਨੂੰ ਤਾਂ ਤੁਸੀਂ ਪ੍ਰੈਸ ਦੇ ਵਿੱਚ ਰੱਖ ਸਕਦੇ ਹੋ ਨਾ, ਉਸ ਚੀਜ਼ ਨੂੰ ਤਾਂ ਤੁਸੀਂ ਪ੍ਰੈਸ ਦੇ ਵਿੱਚ ਰੱਖ ਸਕਦੇ ਹੋ, ਆਮ ਆਦਮੀ ਪਾਰਟੀ ਜਵਾਬ ਦੇ ਹੋਏਗੀ। ਪਰੰਤੂ ਸਵਾਲ ਇਹ ਖੜਾ ਹੋ ਜਾਂਦਾ ਨਾ, ਜੋ ਟਰਮ ਐਂਡ ਕੰਡੀਸ਼ਨ ਹੈ ਉਹ ਤਾਂ ਪਹਿਲਾਂ ਤੋਂ ਚੱਲਦੇ ਆ ਰਹੇ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, BJP ਦੀ ਸਰਕਾਰ ਸੀ, ਉਦੋਂ ਵੀ ਕਾਂਗਰਸ ਦੀ ਸਰਕਾਰ ਰਹੀ ਹੈ, ਉਦੋਂ ਵੀ ਚੱਲਦੀ ਆਈ ਹੈ। ਆਮ ਆਦਮੀ ਪਾਰਟੀ ਉਸ ਨੂੰ ਕਿਵੇਂ ਚੇਂਜ ਕਰ ਸਕਦੀ ਹੈ ਨਾ, ਇਹ ਸਵਾਲ ਹੈ। ਪਹਿਲਾਂ ਮੀਟਰ ਲਵਾਉਣਾ ਇੰਨਾ ਔਖਾ ਨਹੀਂ ਸੀ ਜਿੰਨਾ ਅੱਜ ਦੇ ਸਮੇਂ 'ਚ ਹੋ ਗਿਆ। ਤੁਸੀਂ ਕਦੇ ਕਿਤੇ ਆਪ ਪਰਸਨਲੀ ਜਾ ਕੇ ਕਿਤੇ ਇਸ ਚੀਜ਼ ਤੇ ਰਿਵਿਊ ਕਰਿਓ ਕਿ ਅੱਜ ਦੀ ਡੇਟ ਦੇ ਵਿੱਚ ਹੁਣ ਲੋਕ, ਜਦੋਂ ਤੋਂ ਇਹਨਾਂ ਨੇ ਬਿਜਲੀ ਵਾਲੀ ਗੱਲ ਤੋਰੀ ਸੀਗੀ ਕਿ 600 ਯੂਨਿਟ ਫ੍ਰੀ ਦਿੱਤੇ ਜਾਣਗੇ, ਅੱਜ ਨਹੀਂ 2 ਮਹੀਨੇ ਤੋਂ ਹੀ ਲੋਕਾਂ ਨੇ ਇਹ ਸੋਚ ਲਿਆ ਵੀ ਚਲੋ ਅਸੀਂ ਅੱਡ-ਅੱਡ ਰਹਿੰਦੇ, ਘਰ ਬੇਸ਼ੱਕ ਇੱਕ ਹੈ, ਹਰੇਕ ਦੀ ਕਮਾਈ ਅਲੱਗ ਹੈ, ਹਰੇਕ ਦਾ ਪਰਿਵਾਰ ਅਲੱਗ ਹੈ, ਰਸੋਈਆਂ ਅਲੱਗ-ਅਲੱਗ ਹੈ, ਪਰ ਇਹਨਾਂ ਨੇ ਫਿਰ ਵੀ ਜ਼ਮੀਨੀ ਪੱਧਰ ਕੁਛ ਹੋਰ ਹੈ। ਜਿਹੜੇ ਅਧਿਕਾਰੀ ਨੇ ਉਹ ਲੋਕਾਂ ਦੇ ਨਾਲ ਕੋਆਪਰੇਟ ਨਹੀਂ ਕਰ ਰਹੇ, ਉਹ ਸਿੱਧਾ ਜਵਾਬ ਦੇ ਰਹੇ ਆ। ਠੀਕ ਹੈ, ਜਵਾਬ ਲੈ ਲੈਣੇ ਆ। ਚੀਦਾ ਸਾਹਿਬ, ਨਵਦੀਪ ਜੀ ਜਵਾਬ ਦੇ ਦਿਓ ਇਸ ਗੱਲ ਦਾ। ਨਵਦੀਪ ਜੀ ਅਨਮਿਊਟ ਕਰ ਲਓ ਜੇ ਤੁਸੀਂ ਮਿਊਟ ਕੀਤਾ। ਸਮਝ ਨਹੀਂ ਆ ਰਹੀ ਵੀ ਮੀਟਰ ਅੱਜ ਔਖਾ ਹੋ ਗਿਆ ਲਵਾਉਣਾ ਜੀ। ਅਸ ਤਾਂ ਦੇਖੋ ਜਿਹੜਾ ਸਾਰਾ ਡਿਜੀਟਲ ਆਨਲਾਈਨ ਕੰਮ ਕਰ ਰਹੇ ਆ, ਵੀ ਤੁਹਾਡੇ ਜਿਹੜੇ ਆਧਾਰ ਕਾਰਡ ਆ, ਤੁਹਾਡੇ ਲਰਨਿੰਗ ਲਾਇਸੈਂਸ ਹੈ, ਤੁਹਾਡੇ ਜਿਹੜੇ 100% ਡਾਕੂਮੈਂਟ ਘਰੇ ਬਣ ਕੇ ਆਉਣਗੇ। ਇਹ ਕਹੀ ਜਾਂਦੇ ਮੀਟਰ ਲਵਾਉਣਾ ਹੀ ਔਖਾ ਹੋਗਾ ਜੀ। ਮੇਰਾ ਖਿਆਲ ਕੋਈ ਡਿਬੇਟ ਦਾ ਇਹ ਮੁੱਦਾ ਨਹੀਂ। 2 ਮੀਟਰ ਲਵਾਉਣੇ ਜਿਹੜੀ ਆਮ ਆਦਮੀ ਪਾਰਟੀ ਨੇ ਗਾਰੰਟੀ ਦਿੱਤੀ ਆ, ਉਹਨੂੰ ਕਿੰਨੇ % ਲੋਕਾਂ ਨੂੰ ਫਾਇਦਾ ਹੋਣ ਜਾ ਰਿਹਾ, ਉਹ ਗਾਰੰਟੀ ਦੇ ਨਾਲ ਪੰਜਾਬ ਦੇ ਲੋਕ ਖੁਸ਼ ਆ, ਪੰਜਾਬ ਦੇ ਜਿਹੜੇ ਸਤਿਕਾਰਯੋਗ ਸਾਡੀ ਜਨਤਾ, ਸਾਡੀਆਂ ਮਾਵਾਂ ਭੈਣਾਂ ਖੁਸ਼ ਹੈ। ਬਿਲਕੁਲ ਇਹਨਾਂ ਗੱਲਾਂ ਨਾਲ ਵੀ ਮੀਟਰ ਔਖੇ ਹੋ ਗਏ ਜੀ। ਇਹ ਜਿਹੜੀਆਂ ਪਹਿਲਾਂ ਟਰਮਸ ਕੰਡੀਸ਼ਨਸ ਪਹਿਲਾਂ ਕਿਹੜੀਆਂ ਸੀ 10 ਤੋਂ ਮੀਟਰ ਲਵਾਉਂਦੀਆਂ, ਤੁਹਾਡੀ ਗੱਲ ਬਿਲਕੁਲ ਚਰਨੀ ਤੁਸੀਂ ਰੱਖਤੀ। ਜੇ ਕਿਚਨ ਬਾਥਰੂਮ ਉੱਪਰ ਥੱਲੇ ਫਲੋਰਸ ਤੇ ਹੋਏਗਾ ਤਾਂ ਹੀ 7 ਮੀਟਰ ਲੱਗੇਗਾ ਨਾ, ਜਾਂ 2 ਮੀਟਰ ਲੱਗਣਗੇ। ਕੋਈ ਇਹ ਤਾਂ ਹੈ ਨਹੀਂ ਵੀ ਇੱਕ ਰੂਮ 'ਚ 8 ਮੀਟਰ ਟੰਗ ਦਿਓ, ਦੂਜੇ ਰੂਮ 'ਚ 8 ਮੀਟਰ ਟੰਗ ਦਿਓ। ਕਹਿਣ ਦਾ ਭਾਵ ਇਹਨਾਂ ਨੇ ਜਿਹੜੀ ਗੱਲ ਕਰਨੀ ਹੈ ਵੀ ਕੋਈ ਨਾ ਕੋਈ ਸਿਸਟਮ ਸਹੀ ਨਾ ਹੋ ਜੇ ਥੱਲੇ ਲੋਕਾਂ ਦੇ ਵਿੱਚ ਵੀ। ਅਸੀਂ ਸਿਸਟਮ ਸਹੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਭਾਈ ਜਿਹੜਾ ਸਹੀ ਸਿਸਟਮ ਆ ਉੱਥੇ ਮੀਟਰ 2 ਲੱਗਣਗੇ, ਜਿੱਥੇ ਗਲਤ ਸਿਸਟਮ ਉੱਥੇ 1 ਮੀਟਰ ਲੱਗੂਗਾ। ਪਰ ਇਹ ਕਹਿੰਦੇ ਨਹੀਂ ਜੀ, ਹੁਣ ਲੈਣਾ ਲੱਗ ਗਈਆਂ ਜੀ ਉੱਥੇ।
ਸੋ ਇਹਨਾਂ ਗੱਲਾਂ ਦੀ ਮੈਂ ਕੋਈ ਡਿਬੇਟ ਨਹੀਂ ਕਰਨਾ ਚਾਹੁੰਦਾ। ਹਾਂ ਮੇਰੇ ਠੀਕ ਹੈ ਵਿਕਰਮ ਜੀ, ਹਾਂ ਨਵਦੀਪ ਜੀ ਤੁਹਾਡਾ ਜਵਾਬ ਆ ਗਿਆ। ਵਿਕਰਮ ਜੀ ਮੈਂ ਇੱਕ ਸਵਾਲ ਤੁਹਾਨੂੰ ਵੀ ਕਰ ਦੇਣਾ ਚਾਹੁੰਦਾ, ਜੇ ਤੁਹਾਡੀ ਨਿਗਾਹ ਦੇ ਵਿੱਚ ਇਦਾਂ ਦੇ ਕੋਈ ਮੀਟਰ, ਤੁਹਾਡੀ ਇਦਾਂ ਦੇ ਘਰ ਹੈਗੀ ਆ, ਕਲੋਨੀ ਹੈਗੀ ਆ, ਸਾਡੇ ਅਧਿਕਾਰ ਦੇ ਵਿੱਚ ਲਿਆਓ, ਸਾਨੂੰ ਨਿਗਾਹ ਦੇ ਵਿੱਚ ਲਿਆਓ, ਅਸੀਂ ਉਸ ਨੂੰ ਮੀਡੀਆ ਦੇ ਵਿੱਚ ਰੱਖਾਂਗੇ। ਤੇ ਇਸ ਦੇ ਨਾਲ ਹੀ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਤਿੰਦਰ ਗਿੱਲ ਜੀ ਤੋਂ ਸਵਾਲ ਲੈ ਲੈਣਾ ਚਾਹੁੰਦਾ। ਗਿੱਲ ਸਾਹਿਬ, ਪੀਪੀਏ ਐਗਰੀਮੈਂਟਾਂ ਨੂੰ ਲੈ ਕੇ ਅਕਾਲੀ ਦਲ ਹਮੇਸ਼ਾ ਚੁੱਪੀ ਕਿਉਂ ਵੱਟਦਾ? ਆਖਰ ਕੀ ਪੰਜਾਬ ਦੀ ਉਦੋਂ ਲੁੱਟ ਹੋਣੀ ਸੀ, ਉਸ ਨੂੰ ਲੈ ਕੇ ਕਿਤੇ ਨਾ ਕਿਤੇ ਕਮਿਸ਼ਨ ਸੀ ਜਿਹੜਾ, ਉਸ ਨੂੰ ਲੈ ਕੇ ਅਕਾਲੀ ਦਲ ਚੁੱਪ ਨਹੀਂ ਰਹਿੰਦਾ, ਜਾਂ ਉਸ ਤੇ ਕਿਤੇ ਨਾ ਕਿਤੇ ਆਪਣੀ ਚੁੱਪੀ ਵੱਟਦਾ? ਨਵਦੀਪ ਜੀ ਨੇ ਜਿਹੜੀਆਂ ਗੱਲਾਂ ਕੀਤੀਆਂ ਨਾ ਜੀ, ਪਹਿਲੀ ਗੱਲ ਤੇ ਇਹ ਕੋਰਾ ਨਿਹਰਾ ਝੂਠ ਹੈ ਵੀ 85% ਨੂੰ ਫਾਇਦਾ ਹੋਣਾ ਹੈ। ਇਹ ਜਸਟੀਫਾਈ ਹੋ ਹੀ ਨਹੀਂ ਸਕਦੀ ਗੱਲ, ਜਿੰਨਾ ਮਰਜ਼ੀ ਕਈ ਜਾਣ, ਸਭ ਲੋਕ ਸਮਝਦੇ ਆ 85 ਮੈਂ 85% ਜਸਟੀਫਾਈਡ ਹੀ ਹੈ ਨਹੀਂ ਨਵਦੀਪ ਜੀ, ਹੋ ਹੀ ਨਹੀਂ ਸਕਦਾ, ਪੋਸੀਬਲ ਹੀ ਹੈ ਨਹੀਂ, ਛੱਡ ਦੋ ਕੰਮ, ਇਹ ਮਤਲਬ ਹੀ ਨਹੀਂ, ਇਹ ਜਮਾ ਝੂਠ ਹੈ ਤੁਹਾਡੀ ਗੱਲ। ਫਿਰ ਇਹਨਾਂ ਨੇ ਗੱਲ ਕੀਤੀ ਵੀ ਜਰਨਲ ਨੂੰ ਅਸੀਂ ਸਹੂਲਤਾਂ ਦੇ ਰਹੇ ਹਾਂ, ਵੀ ਇਹਨਾਂ ਨੇ ਕੀ ਸਹੂਲਤਾਂ ਦਿੱਤੀਆਂ? ਨਵਦੀਪ ਜੀ, ਜਿਹੜੀ ਫ੍ਰੀ ਬਿਜਲੀ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਸੀ ਸਾਰੇ ਜ਼ਿਮੀਂਦਾਰਾਂ ਨੂੰ, ਉਹਦੇ 'ਚ ਕੋਈ ਜਾਤ ਪਾਤ ਨਹੀਂ ਸੀ। ਸ਼ਗਨ ਸਕੀਮ ਅਸੀਂ ਦਿੱਤੀ ਸੀ, ਉਹਦੇ 'ਚ ਕੋਈ ਜਾਤ ਪਾਤ ਨਹੀਂ ਸੀ। ਬੁਢਾਪਾ ਪੈਨਸ਼ਨ ਅਸੀਂ ਦਿੱਤੀਆਂ ਸੀ, ਕੋਈ ਜਾਤ ਪਾਤ ਨਹੀਂ ਸੀ। ਆਟਾ ਦਾਲ ਸਕੀਮ ਸੀ, ਸਾਡੀ ਕੋਈ ਜਾਤ ਪਾਤ ਨਹੀਂ ਸੀ। ਜਰਨਲ ਵਰਗ ਨੂੰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਨੇ ਬਹੁਤ ਸਹੂਲਤਾਂ ਦਿੱਤੀਆਂ। ਤੁਸੀਂ ਕੋਈ ਗੱਲ ਬਿਜਲੀ ਤੇ ਚੱਲ ਰਹੀ ਹੈ, ਨਾ ਬੋਲੋ, ਮੈਂ ਯਾਰ ਕੋਈ ਜਵਾਬ ਲੈਣ ਦਿਓ ਸਿੱਧਾ ਸਾਹਿਬ, ਉਹਨਾਂ ਨੂੰ ਬੋਲਣ ਦਿਓ, ਮੈਂ ਕਾਊਂਟਰ ਕਰਾਂਗਾ, ਜਲੂਸ ਨਿਕਲ ਗਿਆ, ਉਹ ਨਿਕਲ ਗਿਆ, ਮੈਂ ਸੁਣੀ ਗਿਆ, ਮੈਂ ਚੁੱਪ ਰਿਹਾ। ਹਾਲਾਂਕਿ ਉਹ ਸ਼ਬਦ ਵਰਤਣ ਵਾਲੇ ਨਹੀਂ, ਪਰ ਤੁਹਾਨੂੰ ਆਮ ਆਦਮੀ ਪਾਰਟੀ 'ਚ ਹਉਮੈ ਬਹੁਤ ਆ ਚੁੱਕਾ ਹੈ। ਤੁਹਾਡੇ ਵਿਧਾਨ ਸਭਾ 'ਚ ਮੈਂ ਦੇਖ ਰਿਹਾ ਸੀ ਵੀ ਸਾਰੇ ਲੀਡਰ ਇੱਕੋ ਗੱਲਾਂ, ਉਹੀ ਤੁਹਾਡੀ ਜਿਹੜੀ ਤੁਸੀਂ ਗੱਲ ਰਿਪੀਟ ਕੀਤੀ ਆ, ਸੜਕਾਂ ਤੇ ਪੀਆਰਟੀਸੀ ਦਿਖਦੀ, ਹੋਰ ਕੋਈ ਦਿਖਦੀ ਨਹੀਂ। ਕਿਉਂ ਨਹੀਂ? ਸਭ ਦਿਖਦੀਆਂ ਬੱਸਾਂ। ਇਹ ਕਿੱਥੋਂ ਦੀ ਗੱਲ ਹੋ ਗਈ ਵੀ ਹੋਰ ਦਿਖਦੀ ਨਹੀਂ? ਪ੍ਰਾਈਵੇਟ ਆਪਰੇਟਰ ਵੀ ਤੇ ਇੱਥੇ ਹੀ ਆਪਰੇਟ ਕਰ ਰਿਹਾ, ਸਾਰੀਆਂ ਬੱਸਾਂ ਦਿਖ ਰਹੀਆਂ। ਤੁਸੀਂ ਕਿਹੜਾ ਕੋਈ ਨਵਾਂ ਕੰਮ ਕਰਤਾ? ਬੱਸਾਂ ਤੁਹਾਡੀਆਂ ਵੀ ਚੱਲ ਰਹੀਆਂ। ਛੱਡ ਦਿਓ, ਮੈਂ ਉਹਨਾਂ ਗੱਲਾਂ ਉਸ ਦਿਨ ਤੇ ਵੀ ਡਿਬੇਟ ਕਰਾ ਲੂੰਗਾ, ਮੈਨੂੰ ਆਉਂਦੀ ਹੈ ਗਰਾਊਂਡ ਡਿਬੇਟ। ਅੱਜ ਬਿਜਲੀ ਦੇ ਮੁੱਦੇ ਤੇ ਗੱਲ ਕਰੀਏ ਨਾ, ਪੀਪੀਏ ਤੇ ਕਿਉਂ ਚੁੱਪ ਹੈ ਅਕਾਲੀ ਦਲ? ਇਲੈਕਸ਼ਨ ਦੀ ਹਾਰ ਜਿੱਤ ਹੁੰਦੀ ਆ, ਹਾਰ ਹੁੰਦੀ ਹੈ। ਜਲੂਸ ਸ਼ਬਦ ਵਰਤਣਾ ਤੁਹਾਨੂੰ ਸ਼ੋਭਾ ਦਿੰਦਾ, ਸਾਨੂੰ ਨਹੀਂ ਸ਼ੋਭਾ ਦਿੰਦਾ। ਅਸੀਂ ਇਸ ਚੀਜ਼ ਨੂੰ ਅੱਛਾ ਨਹੀਂ ਮੰਨਦੇ। ਤੁਸੀਂ ਵਰਤਣਾ ਜੀ ਸਦਕੇ ਵਰਤੋ, ਸਾਨੂੰ ਕੋਈ ਇਤਰਾਜ਼ ਨਹੀਂ। ਪੀਪੀਏ ਦੀ ਗੱਲ ਕੀਤੀ ਆ ਚਰਨਜੀਤ ਜੀ, ਪਾਵਰ ਪਰਚੇਜ਼ ਐਗਰੀਮੈਂਟ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਨੇ ਤਿਆਰ ਕੀਤੇ ਸੀ ਤੇ ਸਭ ਤੋਂ ਸਸਤਾ ਪਾਵਰ ਪਲਾਂਟ ਪੰਜਾਬ 'ਚ ਲੱਗੇ ਨੇ। 2 ਰੁਪਏ 63 ਪੈਸੇ ਯੂਨਿਟ ਸਰਕਾਰ ਨੇ ਖਰੀਦਣੇ ਆ। ਕਾਂਗਰਸ ਨੇ 5 ਸਾਲ ਇੰਨਾ ਪ੍ਰੋਪੋਗੰਡਾ ਕੀਤਾ ਸਾਡੇ ਖਿਲਾਫ, ਪਰ ਕੁਝ ਨਹੀਂ ਹੋ ਸਕਿਆ। ਇਸ ਕਰਕੇ ਨਹੀਂ ਹੋ ਸਕਿਆ ਵੀ ਉਹ ਪੀਪੀਏ ਬਿਲਕੁਲ ਜੈਨੂਇਨ ਨੇ। ਇਹ ਆਮ ਆਦਮੀ ਪਾਰਟੀ ਨੂੰ ਮੈਂ ਚੈਲੰਜ ਕਰ ਦਿੰਦਾ, ਕਿਤੇ ਕੈਂਸਲ ਕਰਨਾ, ਇਹ ਨਹੀਂ ਮੈਂ ਕੈਂਸਲ ਕਰਕੇ ਵਿਖਾਓ ਜੀ, ਇਹਨਾਂ ਵਰਗੀ ਲੈਂਗੁਏਜ ਨਹੀਂ ਮੈਂ ਯੂਜ਼ ਕਰਦਾ। ਸਭ ਤੋਂ ਸਸਤੇ ਪਾਵਰ ਪਰਚੇਜ਼ ਐਗਰੀਮੈਂਟ ਪੰਜਾਬ ਦੇ ਨੇ, ਸਭ ਤੋਂ ਸਸਤੇ। ਫਿਰ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਦੇ ਵਿੱਚ ਕਿਉਂ ਹੈ? ਉਹ ਇਹਨਾਂ ਨੇ ਸਟੇਟ ਨੇ ਕੀਤੀ ਹੋਈ ਹੈ। ਸਭ ਸਸਤੀ ਹੋ ਸਕਦੀ ਹੈ, ਸਟੇਟ ਨੇ ਬਹੁਤ ਆਕਟਰਾਈ ਲਾਈ ਹੋਈ ਹੈ, ਬਹੁਤ ਵੈਟ ਲਾਇਆ ਹੋਇਆ ਆਪਣਾ, ਇਹ ਸਾਰੀ ਸਸਤੀ ਹੋ ਸਕਦੀ ਹੈ। ਜੇ ਅਸੀਂ 5 ਰੁਪਏ ਯੂਨਿਟ ਇੰਡਸਟਰੀ ਨੂੰ ਦੇ ਸਕਦੇ ਹਾਂ, ਇਹ ਕਿਉਂ ਨਹੀਂ ਦਿੰਦੇ? ਵੀ ਗੱਲ ਸਿਸਟਮ ਦੀ ਹੈ। ਹੁਣ ਇਹਨਾਂ ਨੇ ਮੈਨੂਪਲੇਟ ਕਿਵੇਂ ਕੀਤਾ? ਅਸਾਮ ਦੇ ਵਿੱਚ ਇੱਕ ਕੋਲ ਮਾਈਨ ਸੁਪਰੀਮ ਕੋਰਟ ਨੇ ਹੁਣ ਕੀਤਾ ਆਰਡਰ ਵੀ ਪੰਜਾਬ ਸਟੇਟ ਨੂੰ ਮਾਈਨ ਲੋਟ ਹੋਈ ਸੀ ਵੀ ਉਹਦੇ ਚ ਤੁਸੀਂ ਕੋਲਾ ਲਿਆਓ। ਇਹਨਾਂ ਨੇ ਪਤਾ ਕੀ ਗੱਲ ਕੀਤੀ ਆ? ਦੇਖੋ ਜੀ, ਸਾਡੀ ਸਰਕਾਰ ਆਈ, ਅਸੀਂ ਮਾਈਨ ਖੁਲਵਾਤੀ। ਹਾਲਾਂਕਿ ਉਹ ਲਿਟੀਗੇਸ਼ਨ ਚੱਲ ਰਹੀ ਸੀ, ਉਹਦਾ ਫੈਸਲਾ ਹੀ ਹੋਣਾ ਆ। ਪਰ ਗੱਲ ਹੈ ਵੀ ਘੁਮਾਉਣ ਦੇ ਵਿੱਚ ਬੜੇ ਮਾਹਰ ਨੇ। ਕਿੱਦਾਂ ਇਹਨਾਂ ਨੇ ਸ਼ਬਦਾਂ ਦੀ ਹੇਰ-ਫੇਰ ਕੀਤੀ ਆ, ਮੈਂ ਤੇ ਹੈਰਾਨ ਮੰਨ ਜਾਂਦਾ ਯਾਰ। ਤੁਸੀਂ ਕਿਵੇਂ ਕਹਿ ਸਕਦੇ ਹੋ 1 ਕਿਲੋਵਾਟ ਦੀ? ਤੁਸੀਂ ਉਦੋਂ ਗੱਲ ਕੀਤੀ ਸੀ ਵੀ 1 ਕਿਲੋਵਾਟ ਵਾਲੇ ਨੂੰ ਹੀ ਹੋਣਗੇ ਫ੍ਰੀ। ਉਦੋਂ ਤੁਸੀਂ ਕਿਹਾ ਸੀ ਵੀ 600 ਯੂਨਿਟ ਮਹੀਨੇ ਦੇ 2 ਮਹੀਨਿਆਂ ਦੇ ਯੂਨਿਟ ਫ੍ਰੀ। ਫ੍ਰੀ ਮੀਨਸ ਫ੍ਰੀ। ਨਹੀਂ, ਅਕਾਲੀ ਕੋਈ ਸ਼ਰਤ ਰੱਖੀ ਨਹੀਂ ਸਤਿੰਦਰ ਜੀ। ਅਕਾਲੀ ਦਲ ਕਹਿੰਦਾ ਸੀ ਕਿ ਜੇ ਸੱਤਾ ਦੇ ਵਿੱਚ ਆਏ ਤਾਂ 800 ਯੂਨਿਟ ਕਰਾਂਗੇ। ਤੁਹਾਡੀ ਕੀ ਕੰਡੀਸ਼ਨ ਸੀ? ਤੁਸੀਂ ਤਾਂ ਟਰਮ ਕੰਡੀਸ਼ਨ ਲਾਣੀਆਂ ਸੀ। ਕੋਈ ਸ਼ਰਤ ਨਹੀਂ ਸੀ ਸਾਡੀ, ਨਹੀਂ ਲਾਉਣੀ ਸੀ। ਕਿਉਂ ਲਾਵਾਂਗੇ? ਉਹ ਜਦੋਂ ਸ਼੍ਰੋਮਣੀ ਅਕਾਲੀ ਦਲ 97 ਤੋਂ ਲੈ ਕੇ ਹੁਣ ਤੱਕ ਉਹ ਸਰਕਾਰਾਂ ਨੇ ਫੋਲੋ ਕੀਤਾ, ਜ਼ਿਮੀਂਦਾਰਾਂ ਨੂੰ ਫ੍ਰੀ ਬਿਜਲੀ ਦੇ ਰਹੇ ਹਾਂ ਅਸੀਂ, ਤੇ ਅੱਗੇ ਵੀ ਦਵਾਂਗੇ ਅਸੀਂ। ਪਰ ਇਹਨਾਂ ਨੇ ਕਿਤੇ ਕੋਈ ਸ਼ਰਤ ਨਹੀਂ ਰੱਖੀ ਸੀ। ਸੋ ਇਹ ਮੈਂ ਬੇਨਤੀ ਅੱਗੇ ਵੀ ਕੀਤੀ ਸੀ, ਗਾਰੰਟੀ ਸ਼ਬਦ ਨਾ ਵਰਤੋ। ਵੀ ਗਾਰੰਟੀ ਪੂਰੀ ਹੋਈ, ਗਾਰੰਟੀ ਕੋਈ ਪੂਰੀ ਨਹੀਂ ਹੋਈ। ਗਾਰੰਟੀ 'ਚ ਇਹਨਾਂ ਨੇ ਝੂਠ ਬੋਲ ਕੇ ਲੋਕਾਂ ਨੂੰ ਠੀਕ ਆ, ਲੋਕਾਂ ਦੇਖੋ, ਲੋਕਾਂ ਨੇ ਹੁਣ ਕੁਝ ਨਹੀਂ ਕਰ ਸਕਦੇ। 5 ਸਾਲ ਸਰਕਾਰ ਇਹਨਾਂ ਦੀ ਹੈ, ਲੋਕੀ ਕੁਝ ਨਹੀਂ ਹੋ ਸਕਦਾ। ਮੈਂ ਇੱਥੇ ਆਖੀ ਜਾਵਾਂ, ਕੁਝ ਕਹੀ ਜਾਵਾਂ। ਹੁਣ ਇਹ ਕਹਿੰਦੇ ਲੋਕਾਂ ਨੂੰ ਅਸੀਂ
ਇਹਨਾਂ ਨੇ ਗੱਲ ਕੀਤੀ, ਉਹਨਾਂ ਨੇ ਮੇਰੇ ਵੀਰ ਨੇ ਗੱਲ ਕੀਤੀ ਵੀ ਆਨਲਾਈਨ ਅਪਲਾਈ ਹੁੰਦੇ ਆ। ਨਵਦੀਪ ਜੀ, ਬਿਜਲੀ ਦੇ ਫਾਰਮ ਲੈ ਲਓ, ਬਿੱਲ ਲਾ ਲਓ, ਇਹ ਕਈ ਸਾਲਾਂ ਤੋਂ ਆਨਲਾਈਨ ਹੀ ਅਪਲਾਈ ਹੁੰਦੇ ਆ। ਤੁਸੀਂ ਆਨਲਾਈਨ ਨਹੀਂ ਕੀਤੇ ਆ ਕੇ। ਹਰ ਇੱਕ ਗੱਲ 'ਚ ਆਪਣੀ ਲੈ ਲਓ ਜੀ, ਅਸੀਂ ਆਨਲਾਈਨ ਕੀਤੇ, ਤੁਸੀਂ ਥੋੜੀ ਆਨਲਾਈਨ ਕੀਤੇ ਆ। ਤੇ ਸ਼ੁਰੂ ਤੋਂ ਚੱਲਦਾ ਤੁਹਾਡਾ ਸਵਾਲ ਆ ਗਿਆ, ਜਵਾਬ ਲੈ ਲੈਂਦੇ ਆ ਜੀ। ਚੀਦਾ ਸਾਹਿਬ ਹੁੰਦੇ ਆ, ਮੀਟਰ ਵੀ ਆਨਲਾਈਨ ਹੁੰਦੇ ਆ, ਤੁਸੀਂ ਕੋਈ ਨਵਾਂ ਜਵਾਬ ਕੰਮ ਲੈ ਨਹੀਂ ਕਰ ਲੈਂਦੇ ਰਹੇ। ਆ। ਨਵਦੀਪ ਜੀ 2 ਮਿੰਟ ਦੇ ਵਿੱਚ ਜਵਾਬ ਦੇ ਦਿਓ, ਮੇਰੇ ਕੋਲ ਸਮਾਂ ਘੱਟ ਹੈ। ਕੋਰਾ ਝੂਠ। ਚਰਨਜੀਤ ਜੀ, ਮੈਂ ਜਿਹੜੀ ਗੱਲ ਕੀਤੀ ਹੈ ਕਿ ਆਨਲਾਈਨ ਦੀ ਮੈਂ ਗੱਲ ਉਹ ਕੀਤੀ ਸੀ ਕਿ ਕਹਿੰਦੇ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਮੀਟਰ ਵਾਸਤੇ ਜਾ ਕੇ। ਮੈਂ ਕਿਹਾ ਇਸ ਤਾਂ ਸਾਰਾ ਕੁਝ ਆਨਲਾਈਨ ਕਰਨ ਜਾ ਰਹੇ ਆ, ਲਾਈਨਾਂ ਦੀ ਤਾਂ ਗੱਲ ਹੀ ਕਿਤੇ ਨਹੀਂ ਕੀ ਆਏਗੀ। ਉਹ ਪਹਿਲਾਂ ਦੀ ਆਨਲਾਈਨ ਆਲਰੇਡੀ ਹੈ ਜੀ, ਲੋੜ ਹੀ ਨਹੀਂ ਕੁਝ ਕਰਨ ਦੀ। ਪ੍ਰਵਕਤਾ ਜੀ ਨੇ ਜਿਹੜੀ ਗੱਲ ਕੀਤੀ ਹੈ ਕਿ ਅਸੀਂ ਆਹ ਕਰਤਾ ਜੀ, ਦੇਖੋ ਮੈਂ ਜ਼ਿਆਦਾ ਡੀਪਲੀ ਉਹਨਾਂ ਗੱਲਾਂ 'ਚ ਹੁਣ ਨਹੀਂ ਜਾਣਾ, ਕਿਉਂਕਿ ਅੱਜ ਗੱਲ ਚੱਲ ਰਹੀ ਸੀ ਆਪਣੀ ਜਿਹੜੀ ਗਾਰੰਟੀ ਦਿੱਤੀ ਹੈ। ਇਹਨਾਂ ਨੂੰ ਮੇਰੇ ਖਿਆਲ ਜ਼ਿਆਦਾ ਪੂਰੀ ਨੌਲੇਜ ਨਹੀਂ ਰੱਖ ਕੇ ਆ। ਜਿਹੜੀ ਗੱਲ ਕਹਿੰਦੇ 1 ਕਿਲੋਵਾਟ ਦੀ, 1 ਕਿਲੋਵਾਟ ਦਾ ਤਾਂ ਕਿਤੇ ਮੈਂਸ਼ਨ ਅੱਜ ਵੀ ਹੈ ਨਹੀਂਗਾ ਸਤਿੰਦਰ ਜੀ, ਤੁਸੀਂ ਪੜ੍ਹ ਲਓ ਪਹਿਲਾਂ ਧਿਆਨ ਦੇ ਨਾਲ। ਅਸੀਂ ਗੱਲ 300 ਪਲੱਸ ਜਿਹੜੀ 2 ਮਹੀਨੇ 600 ਯੂਨਿਟ ਦੀ ਕਰ ਰਹੇ ਹਾਂ, ਔਰ ਉਸੇ ਤਰ੍ਹਾਂ ਨਾਲ ਇੰਪਲੀਮੈਂਟ ਕੀਤਾ। ਤੁਸੀਂ ਜ਼ਿਆਦਾ ਪੜ੍ਹ ਕੇ ਨਹੀਂ ਪੂਰਾ ਪ੍ਰੋਪਰ ਮੈਨੂੰ ਲੱਗਦਾਗਾ। ਨਹੀਂ ਜੀ, ਨਹੀਂ, ਕੀ ਗੱਲਾਂ ਕਰਦੇ ਹੋ? ਚਲੋ ਤੁਸੀਂ ਕਿਤੇ ਤੁਸੀਂ ਐ ਕਰੋ, ਮਨਜੀਤ ਜੀ ਮੇਰੀ ਐ ਕਰੋ, ਤੁਸੀਂ ਐਵੇਂ ਨਾ ਕਰੋ, ਆਪਾਂ ਲੋਕ ਸੁਣਦੇ ਆ ਸਾਨੂੰ। ਤੁਸੀਂ ਇੱਥੇ ਕਹਿ ਦਿਓ, ਤੁਸੀਂ ਮੀਡੀਆ 'ਚ ਕਹਿ ਦਿਓ, ਜਿਹੜੀ ਉਹਨੂੰ ਤੁਸੀਂ ਮੀਡੀਆ 'ਚ ਕਹਿ ਦਿਓ ਕਿ 600 ਯੂਨਿਟ ਸਭ ਨੂੰ ਫ੍ਰੀ ਹੈ, ਕੋਈ ਸ਼ਰਤ ਨਹੀਂ ਹੈ, ਇਹ ਕਹਿ ਦਿਓ। ਫ੍ਰੀ ਔਰ 200 ਮਹੀਨੇ 600 ਯੂਨਿਟ ਫ੍ਰੀ, ਉਹ ਬਿਲਕੁਲ ਉਸੇ ਤਰ੍ਹਾਂ ਹੀ ਉਹਨੂੰ ਕੋਈ ਸ਼ਰਤ ਨਹੀਂ ਨਾ ਹੈਗੀ, ਕਿਤੇ ਵੀ ਇਹ ਗੱਲ ਨਹੀਂ ਹੈ ਕਿ ਸ਼ਰਤ ਕੋਈ ਨਹੀਂ ਨਾ ਹੈਗੀ। ਸੋ ਸ਼ਰਤ ਹੈਗੀ ਆ ਜੀ ਕੋਈ? ਮੈਂ ਇੱਕ ਬੇਨਤੀ ਕਰੂੰਗਾ ਸਤਿੰਦਰ ਜੀ, ਮੈਂ ਇੱਕ ਬੇਨਤੀ ਕਰੂੰਗਾ, ਇਹਨੂੰ ਮੰਨ ਲਓ। ਸ਼ਰਤ ਹੈਗੀ ਹੈ ਕੋਈ? ਐਵੇਂ ਨਾ ਕਰੋ ਸਤਿੰਦਰ ਜੀ, ਉਹਨੂੰ ਪੱਕ ਰੱਖ ਲੈਣ ਦਿਓ। ਪੰਜਾਬ ਦਾ ਬਰਬਾਦ ਕੀਤਾ ਨਾ, ਮੈਨੂੰ ਨਾ ਕਈ ਜਣ ਝੂਠਾ ਵੀ ਤੁਸੀਂ ਪੜ੍ਹ ਕੇ ਨਹੀਂ ਆਏ। ਗਲਤ ਪੀਪੀਏ ਕੀਤੇ ਉਹਨਾਂ ਕਰਕੇ ਪੰਜਾਬ ਦੇ ਲੋਕ ਕੋਈ ਸ਼ਰਤ ਹੈਗੀ ਹੈ? ਖਜ਼ਾਨੇ 'ਚ ਪੈਸਾ ਨਹੀਂ ਛੱਡਿਆਗਾ, ਉਸ ਕਰਕੇ ਪੰਜਾਬ ਦੇ ਲੋਕ ਭੁਗਤ ਰਹੇ ਆ। ਇਕੱਲੇ ਆਮ ਆਦਮੀ ਪਾਰਟੀ ਦੇ ਨੈਗੇਟਿਵਿਟੀ ਨਾ ਦਿਖਾਓ ਕਿ 90 ਦਿਨ 'ਚ ਤੁਸੀਂ ਆਹ ਨਹੀਂ ਕੀਤਾ ਜੀ, ਆਹ ਨਹੀਂ ਕੀਤਾ। ਯਾਰ ਤੁਸੀਂ ਕੋਈ ਸ਼ਰਤ ਰੱਖੀ ਹੈ? ਚਲੋ ਠੀਕ ਹੈ, ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਸਮਾਂ ਬਹੁਤ ਘੱਟ ਹੈ। ਮਾਫੀ ਚਾਹਾਂਗਾ ਨਵਦੀਪ ਜੀ, ਸਵਾਲ ਦਾ ਜਵਾਬ ਨਹੀਂ ਕਰ ਸਕਦਾ, ਮਾਫੀ ਚਾਹਾਂਗਾ, ਮੈਂ ਹੋਰ ਟਾਈਮ ਨਹੀਂ ਦੇ ਸਕਦਾ। ਤੇ ਕਾਂਗਰਸ ਤੋਂ ਸਾਡੇ ਨਾਲ ਜੀ ਨੇ ਪ੍ਰੂਫ ਮੰਗੇ ਸੀ। ਨਵਦੀਪ ਜੀ, ਆਹ ਪ੍ਰੂਫ ਆ ਗਿਆ। ਮੈਂ ਚਰਨਜੀਤ ਜੀ ਨੂੰ ਪਰਸਨਲੀ WhatsApp ਕਰ ਦੂੰਗਾ। ਤੁਸੀਂ ਕਹਿ ਰਹੇ ਸੀ ਵੀ ਕਿਸੇ ਨੂੰ ਅਸੀਂ ਨਜਾਇਜ਼ SP ਕਨੈਕਸ਼ਨ ਵਾਲਿਆਂ ਨੂੰ ਅਸੀਂ ਕੋਈ ਨਜਾਇਜ਼ ਅਸੀਂ ਬਿੱਲ ਨਹੀਂ ਪਾਇਆ। ਆਹ ਉਹਦੇ ਪ੍ਰੂਫ ਆ, 2 ਬਿੱਲ ਆ ਉਹਦੀਆਂ ਰਸੀਦਾਂ, ਜਿਹੜਾ ਉੱਪਰੋਂ ਸਹਾਇਕ ਇੰਜੀਨੀਅਰ ਦੱਖਣੀ ਉਪ ਮੰਡਲ ਵੱਲੋਂ ਉਹਨਾਂ ਨੂੰ ਆਇਆ, ਸਾਰਿਆਂ ਨੂੰ ਪਾਇਆ ਜੀ, ਕੰਡੀਸ਼ਨਲ ਆਈ ਹੈ, ਸਭ ਨੂੰ ਪਾ ਕੇ ਆਏ ਆ ਪੈਸੇ। ਪਰ ਉਹੀ ਗੱਲ, ਚਲੋ ਠੀਕ ਹੈ, ਮੈਨੂੰ ਸੈਂਡ ਕਰ ਦਿਓ। ਜੇ ਇਸ ਤਰ੍ਹਾਂ ਦਾ ਕੁਝ ਹੋਇਆ ਮੈਂ ਜ਼ਰੂਰ ਆਵਾਜ਼ ਚੱਕਾਂਗਾ ਇਸ ਮਾਮਲੇ ਨੂੰ ਲੈ ਕੇ। ਹੁਣ ਮੇਰੇ ਕੋਲ ਸਮਾਂ ਘੱਟ ਹੈ, ਮੈਂ ਸਮਾਂ ਨਹੀਂ ਦੇ ਸਕਦਾ। ਨਵਦੀਪ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਗੁਰਸੇਵਕ ਸੰਧੂ ਜੀ, ਸਤਿੰਦਰ ਗਿੱਲ ਜੀ, ਵਿਕਰਮ ਜੀ ਤੇ ਅਮਿਤ ਅਰੋੜਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਬਹੁਤ ਬਹੁਤ ਧੰਨਵਾਦ। ਮੈਂ ਹੁਣ ਸਮਾਂ ਨਹੀਂ ਦੇ ਸਕਦਾ, ਸਾਡੇ ਕੋਲ ਸਮਾਂ ਬਹੁਤ ਘੱਟ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਮੁੱਦੇ ਤੇ ਜਿਸ ਤਰ੍ਹਾਂ ਡਿਸਕਸ ਕੀਤੀ ਗਈ ਹੈ ਬਿਜਲੀ ਫ੍ਰੀ ਨੂੰ ਲੈ ਕੇ, ਕਿ ਫ੍ਰੀ ਬਿਜਲੀ ਦਿੱਤੀ ਜਾਵੇਗੀ, ਜਿਸ ਦੇ ਵਿੱਚ ਟਰਮ ਐਂਡ ਕੰਡੀਸ਼ਨ ਲਾਗੂ ਨੇ। ਜੇਕਰ ਗੱਲ ਕੀਤੀ ਜਾਵੇ 1 ਕਿਲੋਵਾਟ ਤੱਕ, ਜੇਕਰ 300 ਤੋਂ 600 ਯੂਨਿਟ ਦੇ ਵਿੱਚ 1 ਯੂਨਿਟ ਵੀ ਜ਼ਿਆਦਾ ਜਾਂਦਾ ਹੈ ਤਾਂ 1 ਯੂਨਿਟ ਦਾ ਹੀ ਬਿਜਲੀ ਬਿੱਲ ਪੇ ਕਰਨਾ ਪਏਗਾ। ਤੇ ਜੇਕਰ ਜਰਨਲ ਵਰਗ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਵੱਲੋਂ 300 ਤੋਂ 301 ਯੂਨਿਟ ਜਾਂ 600 ਤੋਂ 601 ਯੂਨਿਟ ਬਿੱਲ ਆਉਂਦਾ ਹੈ ਤਾਂ ਉਸਨੂੰ ਪੂਰਾ ਬਿੱਲ ਪੇ ਕਰਨਾ ਪਵੇਗਾ, ਉਸਨੂੰ ਕੋਈ ਰਿਬੇਟ ਨਹੀਂ ਹੋਵੇਗੀ। ਹੁਣ ਵੇਖਣਾ ਹੋਵੇਗਾ ਕਿ ਇਸ ਸਕੀਮ ਦੇ ਨਾਲ, ਇਸ ਯੋਜਨਾ ਦੇ ਨਾਲ, ਇਸ ਗਾਰੰਟੀ ਦੇ ਨਾਲ ਜੋ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਗਈ ਹੈ, ਕਿੰਨੇ ਪ੍ਰਤੀਸ਼ਤ ਲੋਕਾਂ ਨੂੰ ਫਾਇਦਾ ਮਿਲੇਗਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਸਪਸ਼ਟ ਹੋ ਜਾਵੇਗਾ। ਤਦ ਤੱਕ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਵੇਖਦੇ ਰਹੋ ਪੰਜਾਬ ਟੁਡੇ।